ਬਿਨਿਆਮੀਨ ਪਾੜਨ ਵਾਲਾ ਬਘਿਆੜ ਹੈ। ਸਵੇਰੇ ਉਹ ਸ਼ਿਕਾਰ ਖਾਵੇਗਾ ਅਤੇ ਸਾਂਝ ਨੂੰ ਲੁੱਟ ਵੰਡੇਗਾ। ਸਵੇਰ ਨੂੰ ਕੀ ਕਰੇਗਾ? ਉਹ ਸ਼ਿਕਾਰ ਖਾਵੇਗਾ ਤੇ ਸ਼ਾਮ ਨੂੰ ਲੁੱਟ ਵੰਡੇਗਾ। ਇਹ ਬਿਨਿਆਮੀਨ ਦੇ ਲਈ ਉਹਦੇ ਬਾਪ ਦਾ ਆਸ਼ੀਰਵਾਦ ਸੀ। ਔਰ ਇਹ ਆਸ਼ੀਰਵਾਦ ਉਸ ਸਮੇਂ ਦੇ ਵਿੱਚ ਜਦੋਂ ਬਾਪ ਦੇ ਮੂੰਹ ਚੋਂ ਨਿਕਲਦਾ ਸੀ ਤੇ ਐਵੇਂ ਨਹੀਂ ਸੀ ਹੁੰਦਾ। ਬਾਪ ਦੇ ਮੂੰਹ ਚੋਂ ਨਿਕਲਣ ਵਾਲਾ ਹਰ ਆਸ਼ੀਰਵਾਦ ਖੁਦਾ ਦੇ ਵੱਲੋਂ ਹੁੰਦਾ ਸੀ ਔਰ ਉਹ ਪੂਰਾ ਹੁੰਦਾ ਸੀ। ਹਾਲੇਲੂਇਆ। ਸੋ ਕੀ ਲਿਖਿਆ? ਤੂੰ ਪਾੜਨ ਵਾਲਾ ਬਘਿਆੜ ਹੈ। ਕੋਈ ਐਵੇਂ ਨਹੀਂ ਹੈ ਜਿਹੜੀ ਕਲੀਸਿਆ ਸਾਹਮਣੇ ਬੈਠੀ ਹੈ। ਜੇ ਕਿਤੇ ਯਿਸੂ ਮਸੀਹ ਮਾੜੀ ਕੇ ਇਜਾਜ਼ਤ ਦੇ ਦੇਵੇ ਤੇ ਮੇਰਾ ਖਿਆਲ ਹੈ ਵੀ ਇਹਨਾਂ ਦੇ ਸਾਹਮਣੇ ਕੋਈ ਇੱਕ ਪਲ ਲਈ ਵੀ ਠਹਿਰ ਨਹੀਂ ਸਕਦਾ। ਪਾੜਨ ਵਾਲਾ ਬਘਿਆੜ, ਜਿੰਨੀ ਕਲੀਸਿਆ ਆ ਪਿਛਲੇ ਦਿਨਾਂ 'ਚ ਅਸੀਂ ਗੌਰ ਕੀਤਾ ਸੀ, ਸਾਰੀ ਦੀ ਸਾਰੀ ਕਲੀਸਿਆ ਦਾ ਨਾਮ ਬਿਨਿਆਮੀਨ ਆ। ਕੀ ਆ? ਬਿਨਿਆਮੀਨ। ਹਾਲੇਲੂਇਆ। ਕੀ ਇਹਦੇ ਨਾਂ ਦਾ ਅਰਥ ਸੀਗਾ? ਮੇਰੇ ਸੱਜੇ ਹੱਥ ਦਾ ਪੁੱਤਰ। ਹਾਲੇਲੂਇਆ। ਕੀ ਅਰਥ ਸੀ? ਸੱਜੇ ਹੱਥ ਦਾ। ਮਾਂ ਨੇ ਲਿਖਿਆ ਮਰਦੀ ਨੇ ਉਹਦੇ ਸਾਹ ਨਿਕਲਣ ਵਾਲੇ ਸੀਗੇ ਤੇ ਮਾਂ ਨੇ ਮਰਦੀ ਨੇ ਉਹਦਾ ਨਾਮ ਬਿਨਓਨੀ ਰੱਖਿਆ, ਜਿਹਦੇ ਨਾਮ ਦਾ ਅਰਥ ਸੀ ਮੇਰੇ ਦਰਦ ਦਾ ਪੁੱਤਰ, ਮੇਰੇ ਸੋਗ ਦਾ ਪੁੱਤਰ। ਲੇਕਿਨ ਲਿਖਿਆ ਪਿਤਾ ਨੂੰ ਇਹ ਨਾਮ ਚੰਗਾ ਨਹੀਂ ਲੱਗਾ ਕਿਉਂਕਿ ਮਾਂ ਉਹਨੂੰ ਜਨਮ ਦਿੰਦੇ ਸਾਰ ਮਰ ਗਈ। ਮਰਦੀ ਨੇ ਲਿਖਿਆ ਉਹਦਾ ਨਾਮ ਬਿਨਓਨੀ ਰੱਖਿਆ, ਜਿਹਦੇ ਨਾਮ ਦਾ ਅਰਥ ਹੈ ਮੇਰੇ ਸੋਗ ਦਾ ਪੁੱਤਰ, ਮੇਰੀ ਦਰਦ ਦਾ ਪੁੱਤਰ। ਔਰ ਲਿਖਿਆ ਜਦੋਂ ਉਹਦੇ ਸਾਹ ਨਿਕਲ ਗਏ, ਯਾਕੂਬ ਨੂੰ ਇਹ ਨਾਮ ਪਸੰਦ ਨਹੀਂ ਆਇਆ। ਕਿਉਂ ਪਸੰਦ ਨਹੀਂ ਆਇਆ? ਉਹਨੇ ਸੋਚਿਆ ਕਿ ਜਦੋਂ ਇਹਨੂੰ ਮੈਂ ਬਿਨਓਨੀ ਕਹਿ ਕੇ ਪੁਕਾਰਾਂਗਾ, ਮੈਨੂੰ ਆਪਣੀ ਪਤਨੀ ਦੀ ਯਾਦ ਆਵੇਗੀ, ਉਹਦੇ ਦਰਦ ਦੀ ਯਾਦ ਆਵੇਗੀ, ਉਹਦੇ ਦੁੱਖ ਦੀ ਯਾਦ ਆਵੇਗੀ, ਉਹਦੇ ਸੋਗ ਦੀ ਯਾਦ ਆਵੇਗੀ, ਉਹਦੀਆਂ ਤਰਸੀਆਂ ਹੋਈਆਂ ਉਹਨਾਂ ਅੱਖਾਂ ਨੂੰ ਮੈਂ ਯਾਦ ਕਰਾਂਗਾ। ਇਸ ਲਈ ਉਹਨੇ ਕਿਹਾ ਨਹੀਂ, ਇਹਦਾ ਨਾਮ ਮੈਂ ਬਿਨੋਨੀ ਨਹੀਂ ਰੱਖਾਂਗਾ, ਬਲਕਿ ਇਹਦਾ ਨਾਮ ਬਿਨੋਨੀ ਨਹੀਂ ਬਲਕਿ ਬਿਨਿਆਮੀਨ ਸਦਾਵੇਗਾ, ਜਿਹਦੇ ਨਾਮ ਦਾ ਅਰਥ ਹੈ ਮੇਰੇ ਸੱਜੇ ਹੱਥ ਦਾ ਪੁੱਤਰ। ਹਾਲੇਲੂਇਆ। ਔਰ ਯਸ਼ਾਇਆ ਦੇ ਵਿੱਚ ਲਿਖਿਆ ਯਿਸੂ ਮਸੀਹ ਜਾਂ ਸਲੀਬ ਦੇ ਉੱਤੇ ਆਪਣੀ ਜਾਨ ਦੇ ਰਿਹਾ ਸੀ ਤੇ ਕੀ ਲਿਖਿਆ? ਜਾਂ ਤੂੰ ਉਹਨੂੰ ਦੋਸ਼ ਦੀ ਬਲੀ ਠਹਿਰਾਵੇਂਗਾ ਤਦ ਉਹ ਆਪਣੀ ਅੰਸ਼ ਨੂੰ ਦੇਖੇਗਾ। ਔਰ ਯਿਸੂ ਮਸੀਹ ਨੇ ਜਦੋਂ ਸਲੀਬ ਦੇ ਉੱਤੇ ਜਾਨ ਦਿੱਤੀ ਤੇ ਯਿਸੂ ਮਸੀਹ ਨੇ ਇਸ ਕਲੀਸਿਆ ਦਾ ਨਾਮ ਬਿਨੋਨੀ ਰੱਖਿਆ। ਕੀ ਰੱਖਿਆ ਜੀ? ਯਿਸੂ ਮਸੀਹ ਦੇ ਦਰਦ ਦੀ ਸੰਤਾਨ ਹਾਂ ਅਸੀਂ ਸਾਰੇ, ਲੇਕਿਨ ਪਿਤਾ ਪਰਮੇਸ਼ਵਰ ਨੂੰ ਇਹ ਨਾਮ ਚੰਗਾ ਨਹੀਂ ਲੱਗਾ ਕਿਉਂਕਿ ਉਹਦੇ ਪੁੱਤਰ ਦੀ ਦਰਦ ਦੀ ਸੰਤਾਨ ਹਾਂ ਅਸੀਂ, ਇਸ ਲਈ ਪਿਤਾ ਨੂੰ ਇਹ ਚੰਗਾ ਨਹੀਂ ਲੱਗਾ ਤੇ ਪਿਤਾ ਨੇ ਸਾਡਾ ਨਾਮ ਬਿਨਿਆਮੀਨ ਰੱਖਿਆ। ਹਾਲੇਲੂਇਆ। ਲੇਕਿਨ ਯਾਕੂਬ ਨੇ ਉਸ ਵਕਤ ਜਿਹੜੀ ਆਸ਼ੀਰਵਾਦ ਦਿੱਤਾ ਸੀ ਉਹਦੇ ਵਿੱਚ ਔਰ ਅੱਜ ਦੇ ਬਿਨਿਆਮੀਨ ਦੇ ਆਸ਼ੀਰਵਾਦ ਦੇ ਵਿੱਚ ਥੋੜਾ ਜਿਹਾ ਉਹਨੇ ਫਰਕ ਪਾ ਦਿੱਤਾ, ਜਿਵੇਂ ਓਲਡ ਟੈਸਟਮੈਂਟ ਤੇ ਨਿਊ ਟੈਸਟਮੈਂਟ ਦੇ ਵਿੱਚ ਫਰਕ ਹੈ। ਯਿਸੂ ਮਸੀਹ ਕਹਿੰਦਾ ਅਧੂਰਾ ਆ, ਮੈਂ ਉਹਨੂੰ ਪੂਰਾ ਕਰਨ ਵਾਸਤੇ ਆਇਆ, ਰੱਦ ਕਰਨ ਵਾਸਤੇ, ਠੁਕਰਾਉਣ ਵਾਸਤੇ ਨਹੀਂ, ਕੰਡਮ ਕਰਨ ਵਾਸਤੇ ਨਹੀਂ, ਬਲਕਿ ਕੀ ਕਰਨਾ ਆਇਆ? ਮੈਂ ਉਹਨੂੰ ਪੂਰਾ ਕਰਨ ਵਾਸਤੇ ਆਇਆ। ਉਹਦੇ ਲਈ ਬਰਕਤ ਇਹ ਸੀ ਕਿ ਤੂੰ ਪਾੜਨ ਵਾਲਾ ਬਘਿਆੜ ਆ। ਲੇਕਿਨ ਇਸੇ ਬਿਨਿਆਮੀਨ ਨੂੰ ਪਲੂਸ ਦੇ ਰੂਪ ਦੇ ਵਿੱਚ ਜਦੋਂ ਯਿਸੂ ਮਸੀਹ ਨੇ ਬੁਲਾਇਆ ਪਹਿਲੀ ਵਾਰੀ ਤੇ ਗਿਲਾ ਕੀਤਾ, ਹੇ ਸੌਲ ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਪ੍ਰੇਜ਼ ਦ ਲਾਰਡ। ਤੂੰ ਮੈਨੂੰ ਮੰਨਿਆ ਤੂੰ ਪਾੜਨ ਵਾਲਾ ਬਘਿਆੜ ਆ, ਪਰ ਤੈਨੂੰ ਇਹ ਪਤਾ ਹੋਣਾ ਚਾਹੀਦਾ ਵੀ ਤੂੰ ਕਿਹਦੇ ਲੋਕਾਂ ਨੂੰ ਸਤਾ ਰਿਹਾ ਹੈ। ਤੈਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਅੱਜ ਸਤਾਉਣ ਵਾਲੇ ਬਿਨਿਆਮੀਨ ਨਹੀਂ ਹੈ, ਇਸ ਲਈ ਅਹਿਸਾਸ ਵੀ ਨਹੀਂ ਹੈ। ਲੇਕਿਨ ਇਹਨਾਂ ਦੇ ਵਿੱਚੋਂ ਹੀ ਬਿਨਿਆਮੀਨ ਉੱਠਣਗੇ ਜਿਨ੍ਹਾਂ ਦੇ ਨਾਲ ਯਿਸੂ ਗੱਲ ਕਰੇਗਾ। ਇਹ ਜਿਹੜੇ ਅੱਜ ਕਤਲ ਕਰ ਰਹੇ ਆ, ਇੱਕ ਸਮਾਂ ਆਵੇਗਾ ਯਿਸੂ ਦੇ ਲਈ ਕਤਲ ਹੋਣ ਵਾਸਤੇ ਤਿਆਰ ਹੋ ਜਾਣਗੇ। ਯਿਸੂ ਮਸੀਹ ਕਹਿੰਦਾ ਕਿਉਂ ਸਤਾਉਣਾ? ਤੇ ਆਵਾਜ਼ ਕੀ ਨਿਕਲੀ? हे ਪ੍ਰਭੂ ਤੂੰ ਕੌਣ ਹੈ? ਘੋੜੇ ਦੇ ਉੱਤੇ ਅਣਖ ਦੇ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ, ਲੇਕਿਨ ਯਿਸੂ ਦੇ ਜਲਾਲ ਦੀ ਇੱਕ ਛੋਟੀ ਜਿਹੀ ਕਿਰਨ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਿਆ। ਉਹ ਲਿਖਿਆ ਘੋੜੇ ਦੇ ਉੱਤੋਂ ਡਿੱਗ ਪਿਆ। ਘਮੰਡ ਦੀ ਉਸ ਸਤਾਨ ਤੋਂ ਯਿਸੂ ਮਸੀਹ ਦੀ ਇੱਕ ਰੋਸ਼ਨੀ ਨੇ ਇਹਨੂੰ
ਭੁੰਜੇ ਗਿਰਾ ਦਿੱਤਾ, ਥੱਲੇ ਹੀ ਡਿੱਗ ਪਿਆ ਲਿਖਿਆ। ਤੇ ਥੱਲੇ ਜਦੋਂ ਡਿੱਗਿਆ ਤੇ ਫਿਰ ਕੰਨਾਂ 'ਚ ਆਵਾਜ਼ ਆਈ, ਘੋੜੇ ਦੇ ਉੱਤੇ ਨਹੀਂ ਸੀ ਆਵਾਜ਼ ਆਈ। ਹਾਲੇਲੂਇਆ। ਅੱਜ ਡਿੱਗਣ ਦੇ ਲਈ ਇਨਸਾਨ ਤਿਆਰ ਨਹੀਂ ਹੈ। ਕਿਹੜਾ ਘੋੜੇ ਦੇ ਉੱਤੇ ਗੱਲ ਕਰ ਲੈ ਜਿਹੜੀ ਕਰਨੀ ਹੈ, ਨਾ ਉਹਨੇ ਘੋੜੇ ਤੇ ਕਦੀ ਗੱਲ ਕੀਤੀ ਤੇ ਨਾ ਕਦੇ ਕਰੇਗਾ। ਬਿਲਿਆਮ ਵੀ ਘੋੜੀ ਦੇ ਉੱਤੇ ਸਵਾਰ ਸੀਗਾ, ਗੱਦੀ ਦੇ ਉੱਤੇ, ਔਰ ਗੱਦੀ ਉੱਤੇ ਸਵਾਰ ਹੋ ਕੇ ਕਹਿੰਦਾ ਜਿਹੜੀ ਗੱਲ ਕਰਨੀ ਕਰ ਲਵੇ, ਪਰ ਉਹਨੇ ਗੱਦੀ ਦੇ ਉੱਤੇ ਗੱਲ ਨਹੀਂ ਕੀਤੀ। ਗੱਦੀ ਉੱਤੇ ਉਹਨੂੰ ਲਾਉਣਾ ਚਾਹੁੰਦਾ ਸੀ ਪਰ ਉਤਰਦਾ ਨਹੀਂ ਸੀ। ਆਖਿਰਕਾਰ ਗੱਦੀ ਨੂੰ ਹੀ ਉਹਨੂੰ ਲਾਉਣਾ ਪੈ ਗਿਆ। ਕਹਿੰਦੀ ਰੱਬ ਦੀ ਤੂੰ ਸੁਣਨੀ ਨਹੀਂ ਤੇ ਰੱਬ ਹੁਣ ਮੇਰੇ ਵਿੱਚੋਂ ਦੀ ਹੋ ਕੇ ਤੇਰੇ ਨਾਲ ਗੱਲ ਕਰ ਰਿਹਾ ਹੈ। ਅੱਜ ਜੋ ਸੰਸਾਰ ਦੇ ਵਿੱਚ ਹੋ ਰਿਹਾ ਹੈ, ਇਹ ਕੋਈ ਅਣਹੋਣੀ ਘਟਨਾ ਨਹੀਂ ਹੈ ਸਾਡੇ ਵਾਸਤੇ। ਸਾਡੇ ਮਸੀਹੀ ਲੋਕ ਬੜੀ ਜਲਦੀ ਬੇਦਿਲ ਹੋ ਜਾਂਦੇ ਆ, ਜਲਦੀ ਦਿਲ ਛੱਡ ਜਾਂਦੇ ਆ। ਇਹ ਕੋਈ ਅਣਹੋਣਾ ਥੋੜੀ ਹੈ। ਘਬਰਾਹਟ ਤੇ ਉੱਥੇ ਹੁੰਦੀ ਹੈ ਜਿੱਥੇ ਸਾਨੂੰ ਪਤਾ ਨਾ ਹੋਵੇ ਵੀ ਸਾਡੇ ਨਾਲ ਕੀ ਹੋਣਾ ਹੈ। ਇਨਸਾਨ ਨੂੰ ਘਬਰਾਉਣਾ ਉੱਥੇ ਚਾਹੀਦਾ ਜਿੱਥੇ ਸਾਨੂੰ ਦੱਸਿਆ ਹੀ ਨਾ ਗਿਆ ਹੋਵੇ ਕਿ ਤੁਹਾਡੇ ਨਾਲ ਕੀ ਕੁਝ ਹੋਣ ਵਾਲਾ। ਉੱਥੇ ਤੇ ਅਸੀਂ ਡਰ ਜਾਈਏ ਵੀ ਇਹ ਕੀ ਹੋਇਆ, ਇਹ ਤੇ ਪ੍ਰਭੂ ਤੋਂ ਦੱਸਿਆ ਹੀ ਨਹੀਂ ਸੀ। ਲੇਕਿਨ ਜਿਸ ਯਿਸੂ ਮਸੀਹ ਨੇ ਸਾਨੂੰ ਬੁਲਾਇਆ, ਉਹਨੇ ਕਿਹਾ ਖਬਰਦਾਰ ਐਵੇਂ ਨਾ ਆਇਓ। ਪਹਿਲਾਂ ਦੱਸ ਦਵਾਂ, ਧੋਖੇ 'ਚ ਨਹੀਂ ਰੱਖਣਾ। ਜਿਹਨੇ ਆਉਣਾ ਆ ਆਪਣੀ ਸਲੀਬ ਚੁੱਕੇ ਤੇ ਮੇਰੇ ਪਿੱਛੇ। ਬੁਲਾਉਣ ਵਾਲੇ ਦਾ ਹੁਣ ਕੀ ਹੁਕਮ ਆ? ਬੋਲੋ ਸਾਜਣੇ ਨੇ। ਆਪਣੀ ਸਲੀਬ ਚੁੱਕੇ। ਸਭ ਤੋਂ ਪਹਿਲਾਂ ਤੇ ਆਪਣੇ ਆਪ ਦਾ ਇਨਕਾਰ ਕਰੇ ਤੇ ਫਿਰ ਆਪਣੀ ਸਲੀਬ ਚੁੱਕੇ। ਯਿਸੂ ਮਸੀਹ ਨੂੰ ਸਲੀਬ ਬਣਾਈ ਉਹਨਾਂ ਨੇ ਸੀ ਤੇ ਚੁੱਕਣੀ ਪਈ ਸੀ, ਪਰ ਹੁਕਮ ਹੁਣ ਸਖਤ ਹੋ ਗਿਆ ਪਾਕਰੂ ਦੇ ਵਸੀਲੇ ਦੇ ਨਾਲ ਵੀ ਹੁਣ ਤੁਹਾਡੀ ਤਿਆਰੀ ਕਿੱਦਾਂ ਦੀ ਹੋਣੀ ਚਾਹੀਦੀ ਹੈ। ਕਿਉਂਕਿ ਜਿਹੜਾ ਜਲਾਲ ਮੇਰਾ ਪਿਤਾ ਤੁਹਾਨੂੰ ਦੇਣ ਵਾਲਾ ਆ, ਉਹ ਅਜੀਬੋ ਗਰੀਬ ਜਲਾਲ ਆ। ਉਹਦੇ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਤੇ ਉਸ ਜਲਾਲ ਨੂੰ ਪਾਉਣ ਦੇ ਲਈ ਹੁਣ ਹੁਕਮ ਇਹ ਆ ਵੀ ਮੇਰੇ ਲਈ ਤੇ ਦੁਸ਼ਮਣਾਂ ਨੇ ਸਲੀਬ ਤਿਆਰ ਕੀਤੀ ਸੀ ਤੇ ਫਿਰ ਮੈਨੂੰ ਉਹਦੇ ਉੱਤੇ ਚੜਾਇਆ ਸੀ, ਪਰ ਤੁਹਾਡੇ ਲਈ ਹੁਕਮ ਕੀ ਆ? ਤੁਸੀਂ ਸਲੀਬ ਵੀ ਆਪ ਹੀ ਬਣਾਉਣੀ ਹੈ। ਪ੍ਰੇਜ਼ ਦ ਲਾਰਡ। ਤਿਆਰ ਕੀਤੀ ਕਰਾਈ ਨਹੀਂ ਮਿਲਣੀ ਤੁਹਾਨੂੰ। ਕੀ ਕਰਨਾ ਹੈ ਤੁਸੀਂ ਜਿਹਨੇ ਮੇਰੇ ਮਗਰ ਆਉਣਾ? ਉਹ ਆਪਣੀ ਸਲੀਬ ਵੀ ਆਪ ਹੀ ਬਣਾ ਕੇ ਲਿਆਵੇ ਤੇ ਭੱਜਣਾ ਨਹੀਂ ਆ। ਜਦੋਂ ਦੁਸ਼ਮਣ ਸਾਹਮਣੇ ਆਵੇ ਤੇ ਉਹਨੂੰ ਇਹ ਕਹਿਣਾ ਵੀ ਮੇਰੇ ਯਿਸੂ ਦੇ ਲਈ ਤੇ ਤੂੰ ਸਲੀਬ ਬਣਾ ਕੇ ਲਿਆਇਆ ਸੀ, ਪਰ ਹੁਣ ਤੈਨੂੰ ਸਲੀਬ ਬਣਾਉਣ ਦੀ ਵੀ ਜ਼ਰੂਰਤ ਨਹੀਂ। ਡਰਾ ਨਾ। ਅਸੀਂ ਉਹ ਆ ਜਿਹੜੇ ਕਹਿੰਦੇ ਆ ਇਹ ਮੌਤ ਤੇਰਾ ਡੰਗ ਤੇ ਲਿਖਿਆ ਮੌਤ ਫਤਹ ਦੀ ਬੁਰਕੀ ਹੋ ਗਈ। ਇਸ ਲਈ ਕੋਈ ਅਣਹੋਣਾ ਨਹੀਂ ਹੋ ਰਿਹਾ ਜੋ ਸੰਸਾਰ ਦੇ ਵਿੱਚ ਹੋ ਰਿਹਾ। ਇਹ ਸਭ ਕੁਝ ਪਰਮੇਸ਼ਵਰ ਦੀ ਪਲਾਨ ਦੇ ਵਿੱਚ ਹੋ ਰਿਹਾ ਹੈ। ਜੈਸਾ ਪਰਮੇਸ਼ਵਰ ਚਾਹੁੰਦਾ ਵੈਸਾ ਹੀ ਹੋ ਰਿਹਾ। ਉਹਦੀ ਮਰਜ਼ੀ ਤੋਂ ਬਿਨਾਂ ਕੁਝ ਵੀ ਨਾ ਕਦੇ ਹੋਇਆ ਤੇ ਨਾ ਕਦੇ ਹੋ ਸਕਦਾ ਹੈ। ਹਜ਼ਾਰਾਂ ਨਬੀਆਂ ਦੀਆਂ ਕੁਰਬਾਨੀਆਂ ਹੋਈਆਂ, ਹਜ਼ਾਰਾਂ ਰਸੂਲ ਮਾਰੇ ਗਏ, ਲੱਖਾਂ ਦੀ ਗਿਣਤੀ ਵਿੱਚ ਇਮਾਨਦਾਰਾਂ ਦੇ ਕਤਲ ਹੋਏ। ਉਹ ਲੱਖਾਂ ਤੋਂ ਕਰੋੜਾਂ ਦੇ ਵਿੱਚ ਬਦਲਦੀ ਗਈ। ਲੇਕਿਨ ਅੱਜ ਵੀ ਦੁਨੀਆ ਵਿੱਚ ਜਦੋਂ ਨਜ਼ਰ ਮਾਰਦੇ ਆ ਤੇ 75% ਤੁਹਾਨੂੰ ਅੱਜ ਵੀ ਯਿਸੂ ਦੇ ਸ਼ਹਿਜ਼ਾਦੇ ਨਜ਼ਰ ਆਉਂਦੇ। ਹਾਲੇਲੂਇਆ। ਇਹ ਜਿੰਨਾ ਵੱਧਦੇ ਜਾਓਗੇ, ਇਹ ਤੇ ਉਹ ਬਾਜਰਾ ਹੈ ਜਿਹੜਾ ਜਾਨਵਰਾਂ ਨੂੰ, ਮੱਝਾਂ ਨੂੰ ਪਾਇਆ ਜਾਂਦਾ ਹੈ। ਉਹ ਜਦੋਂ ਪਹਿਲਾਂ ਕੱਟੀਏ ਘੱਟ ਸੰਘਣਾ ਹੁੰਦਾ, ਉਹ ਜਿੱਦਾਂ 7 ਵਾਰੀ ਉਹਦੀ ਕਟਾਈ ਹੁੰਦੀ ਹੈ, ਜਿੱਦਾਂ ਉਹਨੂੰ ਕੱਟਦੇ ਜਾਂਦੇ ਉਹ ਹੋਰ ਸੰਘਣਾ ਹੋ ਕੇ ਪੂਰਾ ਹੋ ਜਾਂਦਾ। ਹਾਲੇਲੂਇਆ। ਇਹ ਉਹ ਬਾਜਰੇ ਦੀ ਤਰ੍ਹਾਂ ਆ। ਇਹ ਜਿੰਨਾ ਵੱਡੇ ਜਾਣਗੇ ਉਨਾ ਹੀ ਇਹਨਾਂ ਨੇ ਹੋਰ ਸੰਘਣਾ ਹੋਈ ਜਾਣਾ ਹੈ ਤੇ ਹੋਰ ਵਧੀ ਜਾਣਾ ਹੈ। ਮੂਰਖ ਇਨਸਾਨ ਇਸ ਗੱਲ ਨੂੰ ਸਮਝਦਾ ਨਹੀਂ। ਉਹ ਸੋਚਦਾ ਕਿ ਸ਼ਾਇਦ ਇੱਥੇ ਕੰਮ ਬਸ ਹੋ ਜਾਵੇਗਾ, ਲੇਕਿਨ ਇੱਥੇ ਬਸ ਹੁੰਦਾ ਨਹੀਂ ਹੈ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਹਾਲੇਲੂਇਆ। ਸੋ ਪਾਲਣ ਵਾਲਾ ਬਘਿਆੜ ਜੇ ਕਿਤੇ ਖੁਦਾ ਰੱਖਦਾ ਤੇ ਅੱਜ ਮੇਰੇ ਖਿਆਲ ਦੇ ਨਾਲ ਫਿਰ ਕੋਈ ਦੂਸਰਾ ਹੋਣਾ, ਪਰ ਉਹਨੇ ਬਘਿਆੜ ਦੇ ਮੂੰਹ ਨੂੰ ਬੰਦ ਕਰਕੇ ਰੱਖਿਆ। ਤੇ ਫਿਰ ਅਗਲਾ ਹੁਕਮ ਕੀ ਹੋਇਆ? ਐ ਸੌਲ ਤੂੰ ਮੈਨੂੰ ਕਿਉਂ ਸਤਾਉਣਾ ਹੈ? ਕਹਿੰਦਾ ਪ੍ਰਭੂ ਜੀ ਤੂੰ ਕੌਣ ਆ? ਕਹਿੰਦਾ ਮੈਂ ਉਹੀ ਹਾਂ ਜਿਹਨੂੰ ਤੂੰ ਸਤਾ ਰਿਹਾ, ਜਿਹਦੀ ਕਲੀਸਿਆ ਨੂੰ ਤੂੰ ਸਤਾ ਰਿਹਾ। ਯਾਨੀ ਕਲੀਸਿਆ ਨੂੰ ਸਤਾਉਣਾ। ਕਿਹਨੂੰ ਸਤਾਉਣਾ? ਯਿਸੂ ਮਸੀਹ ਨੂੰ ਸਤਾਉਣਾ। ਤੇ ਕਲਾਮ ਕੀ ਦੱਸਦਾ? ਜਿਹੜਾ ਮੇਰੇ ਧਰਮੀ ਬੰਦੇ ਨੂੰ ਛੇੜਦਾ, ਮੇਰੀ ਅੱਖ ਦੀ ਕਾਕੀ ਨੂੰ ਛੇੜਦਾ। ਹਾਲੇਲੂਇਆ। ਅਧਿਕਾਰ ਦੇਖੋ ਪਰਮੇਸ਼ਵਰ ਨੇ ਤੁਹਾਨੂੰ। ਲੱਖਾਂ ਲੋਕ ਮਰਦੇ, ਉਹਨਾਂ ਦੇ ਲਈ ਖੁਦਾ ਦਾ ਇਹ ਕਲਾਮ ਨਹੀਂ ਹੈ।
ਇਹ ਤੁਹਾਡੇ ਤੇ ਮੇਰੇ ਲਈ ਕਲਾਮ ਆ, ਜਿਹੜਾ ਤੁਹਾਨੂੰ ਛੇੜਦਾ। ਕਿਹਨੂੰ ਛੇੜਦਾ? ਪਰਮੇਸ਼ਵਰ ਦੀ ਅੱਖ ਦੀ ਕਾਕੀ ਨੂੰ ਛੇੜਦਾ ਆ। ਤੇ ਇਹ ਪੰਗਾ ਕਿਹਦੇ ਨਾਲ ਲੈ ਰਹੇ ਆ ਭਲਾ? ਇਹ ਤਾਂ ਉਹਦਾ ਸਬਰ ਆ, ਸਬਰ ਆ ਉਹਦਾ, ਉਹਦੀ ਮੁਹੱਬਤ ਹੈ ਜਿਹਨੂੰ ਅਗਾਪੇ ਕਿਹਾ ਗਿਆ। ਇਹ ਮੁਹੱਬਤ ਦੀ ਵਜ੍ਹਾ ਆ ਕਿ ਉਹਦਾ ਸਬਰ ਏਡਾ ਵੱਡਾ ਹੈ ਕਿ ਕਿਸੇ ਵੀ ਤਰ੍ਹਾਂ ਉਹ ਕਿਸੇ ਦਾ ਨਾਸ਼ ਚਾਹੁੰਦਾ ਨਹੀਂ ਹੈ, ਬਲਕਿ ਚਾਹੁੰਦਾ ਕਿ ਹਰ ਇਨਸਾਨ ਤੌਬਾ ਕਰੇ ਤੇ ਮੁੜ ਆਵੇ। ਅਦਰਵਾਈਜ਼ ਜਦੋਂ ਯਿਸੂ ਮਸੀਹ ਦੇ ਉੱਤੇ ਗੌਰ ਕਰਦੇ ਆ ਤੇ ਉਹ ਕੋਈ ਸਾਨੂੰ ਨਹੀਂ ਸਤਾ ਰਿਹਾ, ਬਲਕਿ ਯਿਸੂ ਮਸੀਹ ਨੂੰ ਸਤਾਉਂਦਾ। ਯਿਸੂ ਮਸੀਹ ਨੂੰ ਥੋੜੀ ਉਹਦਾ ਸਤਾਇਆ ਸੀ ਡਾਇਰੈਕਟ ਪੁਲਿਸ ਨੇ, ਉਹਦੇ ਲੋਕਾਂ ਨੂੰ ਸਤਾ ਰਿਹਾ ਸੀ। ਤੇ ਯਿਸੂ ਦਾ ਸ਼ਬਦ ਕੀ ਆ? ਹੇ ਸੌਲ ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਅੱਜ ਜਿਹੜੇ ਲੋਕ ਉਹਦੇ ਲੋਕਾਂ ਨੂੰ ਸਤਾ ਰਹੇ ਆ, ਉਹ ਅਸਲ ਦੇ ਵਿੱਚ ਯਿਸੂ ਮਸੀਹ ਨੂੰ ਸਤਾ ਰਹੇ ਆ। ਔਰ ਇਹਦਾ ਦੰਡ ਜਿਹੜਾ ਮਿਲਣ ਵਾਲਾ ਹੈ ਉਹਦੇ ਬਾਰੇ ਵੀ ਅਸੀਂ ਦੇਖਦੇ ਹਾਂ, ਬਾਈਬਲ 'ਚ ਖੋਲ ਕੇ ਲਿਖਿਆ ਕਿ ਅੱਗੋਂ ਹੋਣਾ ਫਿਰ ਕੀ ਹੈ। ਇਸ ਲਈ ਇਹ ਕੋਈ ਚਿੰਤਾ ਕਰਨ ਦਾ ਵਿਸ਼ਾ ਨਹੀਂ ਹੈ, ਬਲਕਿ ਦੁਆ ਕਰਨ ਦਾ ਵਿਸ਼ਾ ਹੈ। ਪਿੱਛੇ ਇੰਡੀਆ ਦੇ ਵਿੱਚ ਵੀ ਐਸਾ ਕੁਝ ਹੋਇਆ। ਕੁਝ ਖਾਦਮਾਂ ਨੇ ਮੇਰੇ ਨਾਲ ਗੱਲ ਕੀਤੀ। ਮੈਂ ਕਿਹਾ ਤੁਸੀਂ ਪ੍ਰੋਟੈਸਟ ਨਾ ਕਰੋ, ਤੁਹਾਨੂੰ ਜੇ ਪ੍ਰੋਟੈਸਟ ਕਰਨਾ ਤਾਂ ਫਿਰ ਮੇਰੇ ਕੋਲ ਪੁੱਛੋ ਵੀ ਪ੍ਰੋਟੈਸਟ ਕਰਨਾ ਕਿੱਦਾਂ ਹੈ। ਤੁਸੀਂ ਗਲਤ ਪ੍ਰੋਟੈਸਟ ਕਰ ਰਹੇ ਹੋ, ਤੁਸੀਂ ਕਹਿ ਰਹੇ ਨਹੀਂ ਸਾਨੂੰ ਮਾਰੋ ਨਾ। ਤੇ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਵੀ ਇਹ ਡਰ ਗਏ ਆ ਖਰੇ। ਤੇ ਮੈਂ ਕਿਹਾ ਤੁਹਾਡੇ ਨਾਲੋਂ ਮਹਾਤਮਾ ਜਿਹਨੂੰ ਕਿਹਾ ਗਿਆ ਉਹ ਗਾਂਧੀ ਚੰਗਾ ਸੀ। ਤੁਸੀਂ ਕ੍ਰਿਸਚਨ ਹੋ ਤੇ ਉਹ ਕ੍ਰਿਸਚਨ ਨਹੀਂ ਸੀ, ਪਿਓਰ ਸ਼ੁੱਧ ਹਿੰਦੂ। ਇਸ ਬਾਈਬਲ ਨੂੰ ਪੜ੍ਹ ਕੇ ਉਹਨੂੰ ਪਤਾ ਲੱਗ ਗਿਆ ਦੁਸ਼ਮਣ ਦੇ ਨਾਲ ਲੜਾਈ ਕਰਕੇ, ਦੁਸ਼ਮਣ ਨੂੰ ਮਾਰ ਕੇ ਦੁਸ਼ਮਣ ਨੂੰ ਨਹੀਂ ਜਿੱਤਿਆ ਜਾ ਸਕਦਾ। ਦੁਸ਼ਮਣ ਦੇ ਹੌਸਲੇ ਨੂੰ ਪਸਤ ਕਰਨ ਦਾ ਇੱਕੋ ਹੀ ਤਰੀਕਾ ਆ ਵੀ ਭਾਈ ਆਹ ਧੌਣ ਹੈਗੀ ਹੈ ਤੇ ਵੱਢ ਦੇ। ਤੇ ਤੁਹਾਡੇ ਨਾਲੋਂ ਮਹਾਤਮਾ ਗਾਂਧੀ ਚੰਗਾ ਸੀ, ਜਿਹਨੇ ਅੰਗਰੇਜ਼ਾਂ ਦੀਆਂ ਲਾਠੀਆਂ ਖਾਧੀਆਂ, ਅੰਗਰੇਜ਼ਾਂ ਦੀ ਮਾਰ ਖਾਧੀ, ਕੁਝ ਬੋਲਿਆ ਨਹੀਂ, ਕਹਿੰਦਾ ਆਜੋ ਮਾਰ ਖਾਈਏ, ਕੁੱਟ ਲੋ। ਕਹਿੰਦਾ ਕਿੰਨਾ ਕੁ ਕੁੱਟ ਸਕਦੇ ਹੋ। ਆਖਰ ਕੁੱਟਣ ਵਾਲੇ ਥੱਕ ਗਏ ਤੇ ਦੇਸ਼ ਆਜ਼ਾਦ ਹੋ ਗਿਆ। ਅੱਜ ਸਾਡੇ ਲੋਕਾਂ ਨੂੰ ਪ੍ਰੋਟੈਸਟ ਨਹੀਂ ਕਰਨਾ ਆਉਂਦਾ। ਇਹ ਤੇ 5-7 ਹਜ਼ਾਰ ਬੰਦਾ ਇਕੱਠਾ ਹੋ ਕੇ ਇੱਕ ਥਾਂ ਦੇ ਬੈਠੇ ਕਹੋ ਆਓ ਜੀ ਮਾਰੋ ਸਾਨੂੰ, ਕਤਲ ਕਰੋ ਸਾਨੂੰ, ਕਿਉਂਕਿ ਸਾਡੇ ਮਸੀਹ ਨੇ ਸਾਨੂੰ ਬੁਲਾਇਆ ਹੀ ਕਤਲ। ਫਿਰ ਮਾਰਨਾ ਵੀ ਕਿਸੇ ਨੇ ਬੁਲਾਏ ਸਾਨੂੰ। ਅਸੀਂ ਉਹੀ ਇੱਥੋਂ ਤੇ ਗੱਲ ਹੈ ਕਿ ਪਾਕ ਰੂਹ ਤੁਹਾਡੇ ਨਾਲ ਹੋ ਕੇ ਕੰਮ ਕਰੇਗਾ ਜੇ ਪਾਕ ਰੂਹ ਕੋ ਕੰਮ ਲੈਣ ਦੀ ਤੁਹਾਡੇ ਕੋਲ ਸਮਝ ਹੋਵੇਗੀ। ਆਮੀਨ। ਯੈਸ। ਜੇ ਪਾਕ ਰੂਹ ਕੋ ਕੰਮ ਲੈਣ ਦੀ ਅਕਲ ਹੋਵੇਗੀ ਤੇ ਫਿਰ ਪਾਕ ਰੂਹ ਤੁਹਾਡੇ ਨਾਲ ਹੋ ਕੇ ਕੰਮ ਕਰੇਗਾ। ਕਹਿੰਦਾ ਜੇ ਤੂੰ ਆਪਣੀ ਲੜਾਈ ਆਪ ਲੜੇਗਾ ਤੇ ਫਿਰ ਮੈਂ ਸਾਈਡ ਤੇ ਹੋ ਜਾਊਂਗਾ। ਤੇ ਗਾਣਾ ਕੀ ਗਾਉਂਦੇ ਅਸੀਂ? ਜੰਗ ਜਿਨ੍ਹਾਂ ਦੀ ਲੜਦਾ ਯਹੋਵਾ ਉਹ ਜੰਗ, ਤੇ ਉਹਨੂੰ ਲੜਨ ਦਿਓ ਨਾ। ਫਿਰ ਕੱਲੇ ਗਾਣੇ ਨਾ ਗਾਓ। ਉਹ ਵੀ ਅੱਗੇ ਹੱਸਦੇ ਹੋਣੇ ਵੀ ਹੁਣ ਕਿੱਥੇ ਗਏ ਵੀ ਤੁਹਾਡੇ ਉਹ ਗਾਣਿਆਂ ਦੇ ਸ਼ਬਦ ਬੜਾ ਜ਼ੋਰ ਜ਼ੋਰ ਨਾਲ ਕਹਿੰਦੇ ਸੀ ਜੰਗ ਜਿਨ੍ਹਾਂ ਦੀ ਲੜਦਾ ਯਹੋਵਾ ਉਹ ਜੰਗ ਕਦੇ ਨਹੀਂ ਹਾਰਦੇ। ਤੇ ਹੁਣ ਤੁਹਾਨੂੰ ਕੀ ਹੋ ਗਿਆ? ਇਹ ਜੰਗ ਸਾਡੀ ਨਹੀਂ, ਇਹ ਜੰਗ ਯਹੋਵਾ ਦੀ ਹੈ। ਹਾਲੇਲੂਇਆ। ਔਰ ਦੁਨੀਆ 'ਚ ਐਸਾ ਕੋਈ ਪੈਦਾ ਨਹੀਂ ਹੋਇਆ। ਬਾਦਸ਼ਾਹ ਫਿਰੌਨ ਵਰਗਿਆਂ ਨੂੰ ਉਹਨੇ ਸਮੁੰਦਰ ਦੇ ਵਿੱਚ ਰੋੜ ਦਿੱਤਾ। ਬਾਦਸ਼ਾਹ ਨਬੂਕਦਨਸਰ ਵਰਗਿਆਂ ਨੂੰ ਉਹਨੇ ਜਾਨਵਰ ਦੀ ਤਰ੍ਹਾਂ ਖੇਤਾਂ ਦੇ ਵਿੱਚ ਮਹਿਲ ਤੋਂ ਲਿਆ ਕੇ ਰੱਖ ਦਿੱਤਾ। ਉਹਦੇ ਉੱਤੇ ਕੌਣ ਠਹਿਰ ਸਕਦਾ? ਪਰ ਬਸ਼ਰਤੇ ਕਿ ਸਾਨੂੰ ਪਤਾ ਹੋਵੇ ਕਿ ਪਾਕ ਰੂਹ ਤੋਂ ਕੰਮ ਕਿਵੇਂ ਲੈਣਾ ਹੈ। ਸਾਨੂੰ ਇਹ ਤੇ ਪਤਾ ਨਹੀਂ ਹੈ। ਦੁਸ਼ਮਣ ਨੂੰ ਕਹਿੰਦੇ ਹਰਾਉਣਾ ਹੋਵੇ ਨਾ ਤੇ ਤੁਸੀਂ ਮਰ ਕੇ ਵੀ ਹਰਾ ਸਕਦੇ ਹੋ। ਮਰਦੇ ਮਰਦੇ ਆਖਰੀ ਸਾਹ ਨਿਕਲਣ ਤੋਂ ਪਹਿਲਾਂ ਇੱਕ ਸਮਾਈਲ ਦੇ ਜਾਓ ਤੁਸੀਂ, ਤੇ ਦੁਸ਼ਮਣ ਦੁਵਿਧਾ ਦੇ ਵਿੱਚ ਪੈ ਜਾਵੇਗਾ। ਤੁਸੀਂ ਨਹੀਂ ਮਰੋਗੇ, ਦੁਸ਼ਮਣ ਮਰ ਜਾਵੇਗਾ। ਸਮੈਲ ਹੀ ਤੇ ਹੋਈ। ਹਾਲੇਲੂਇਆ। ਹਾਲੇਲੂਇਆ। ਸਾਡੇ ਕੋਲ ਹਾਸਾ ਆਉਂਦਾ ਨਹੀਂ। ਇਹ ਹਾਸਾ ਇਸੇ ਲਈ ਨਹੀਂ ਆਉਂਦਾ ਕਿ ਅਸੀਂ ਇਨਕਾਰ ਕਰਕੇ ਨਹੀਂ ਆਏ ਯਿਸੂ ਦੇ ਕੋਲ। ਜੇ ਇਨਕਾਰ ਆਪਣੇ ਆਪ ਦਾ ਇਨਕਾਰ ਕੀ ਹੋਇਆ ਵੀ ਕਰ ਲੋ ਵੀ ਜੋ ਮਰਜ਼ੀ ਖੜੇ ਆ। ਬੇਦਰੋੜ ਖੁਦਾ ਦੇ ਦਾਸ ਕੈਪਟਨ ਸੈਮੂਅਲ ਨੂੰ ਮਾਰਨ ਦੀ ਧਮਕੀ ਮਿਲੀ ਤੇ ਲੋਕਾਂ ਨੇ ਕਿਹਾ ਵੀ ਨਾ ਤੁਸੀਂ ਸਟੇਜ ਨਾ ਲਾਈਓ, ਪ੍ਰੋਗਰਾਮ ਨਾ ਕਰਿਓ। ਅੱਗੇ ਉਹਨਾਂ ਦਾ ਜਵਾਬ ਸੀ, ਕਹਿੰਦੇ ਮੇਰੇ ਪਿਤਾ ਦੀ ਮਰਜ਼ੀ ਤੋਂ ਬਿਨਾ ਕਿਸੇ ਇਨਸਾਨ ਦੇ ਵਿੱਚ ਜੁਰਤ ਨਹੀਂ ਹੈ ਕਿ ਮੇਰੀ ਬੋਡੀ ਦੇ ਕਿਸੇ ਹਿੱਸੇ ਨੂੰ ਟੱਚ ਵੀ ਕਰ ਸਕੇ। ਜਿੰਨੀ ਦੇਰ ਤੱਕ ਮੇਰਾ ਪਿਤਾ ਨਹੀਂ ਚਾਹੇਗਾ ਮੈਂ ਮਰ ਨਹੀਂ ਸਕਦਾ। ਸਟੇਜ ਦੇ ਥੱਲੇ ਬੰਬ ਲਾਇਆ ਹੋਇਆ ਸੀ ਔਰ ਐਨ ਮੌਕੇ ਤੇ ਜਦੋਂ ਬੰਬ ਦੇ ਟਾਈਮ ਬੰਬ ਸੀ ਔਰ ਫਟਣ ਦਾ ਜਦੋਂ ਟਾਈਮ ਸੀਗਾ ਉਦੋਂ ਵੀ ਆ ਕੇ ਉਹਨੂੰ ਦੱਸਿਆ ਗਿਆ ਕਿ ਉੱਤਰ ਜਾਓ ਕੈਪਟਨ ਸਾਹਿਬ,
ਕੰਮ ਹੋਣ ਵਾਲਾ ਕਹਿੰਦਾ ਇਸ ਬੰਬ ਦੀ ਜ਼ਰੂਰਤ ਨਹੀਂ ਹੈ ਕਿ ਮੇਰੇ ਪਿਤਾ ਦੀ ਮਰਜ਼ੀ ਤੋਂ ਬਿਨਾ ਨਹੀਂ ਫਟੇਗਾ। ਬੰਬ ਫਿੱਟ ਕਰਨ ਵਾਲੇ ਆ ਕੇ ਕਦਮਾਂ ਦੇ ਵਿੱਚ ਡਿੱਗ ਪਏ। ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਮਰੇ ਆ ਉਹਨਾਂ ਨੂੰ ਉਹਨਾਂ ਕਾਫਰਾਂ ਨੇ ਆਪਣੀ ਮਰਜ਼ੀ ਦੇ ਨਾਲ ਮਾਰ ਦਿੱਤਾ? ਇਹ ਸਾਡੇ ਪਿਤਾ ਦੀ ਮਰਜ਼ੀ ਸੀ ਕਿ ਉਹ ਕੁਰਬਾਨ ਹੋਣ ਤਾਂ ਕਿ ਉਹਨਾਂ ਦੇ ਲਹੂ ਦੇ ਵਸੀਲੇ ਹੋਰ ਕਲੀਸਿਆ ਪੈਦਾ ਹੋ ਸਕੇ। ਹਾਲੇਲੂਇਆ। ਉਹ ਮੁਬਾਰਕ ਜ਼ਿੰਦਗੀਆਂ ਹੋ ਗਈਆਂ। ਲਿਖਿਆ ਉਹਦੇ ਸ਼ਹੀਦਾਂ ਦੀ ਮੌਤ ਉਹਦੇ ਅੱਖਾਂ ਦੇ ਵਿੱਚ ਬਹੁ ਮੁੱਲੇ ਹੈ। ਆਮ ਮੌਤ ਨਹੀਂ ਹੈ ਜਿਹੜਾ ਉਹਦੀ ਖਾਤਰ ਮਰਦਾ ਹੈ, ਤੇ ਮੁਬਾਰਕ ਸਮਝੇ ਬੰਦਾ ਜਿਹਨੂੰ ਯਿਸੂ ਦੇ ਨਾਮ ਦੀ ਖਾਤਰ ਮਰਨਾ ਪਵੇ। ਤੇ ਅੱਜ ਤੇ ਜ਼ਿੰਦਗੀ ਦਾ ਪ੍ਰਚਾਰ ਹੋ ਰਿਹਾ ਕਿ ਯਿਸੂ ਦੇ ਕੋਲ ਆ ਜਾਓ, ਤੁਹਾਨੂੰ ਚੰਗੀ ਜ਼ਿੰਦਗੀ ਸਰੀਰ ਦੇ ਵਿੱਚ ਨਹੀਂ ਮਿਲਣੀ ਕਿਤੇ ਵੀ। ਇਹ ਜੋ ਯਿਸੂ ਨੇ ਕਿਹਾ ਕਿ ਉਹਦੇ ਕੋਲੋਂ ਡਰੋ ਜਿਹੜਾ ਸਰੀਰ ਨੂੰ ਵੀ ਮਾਰ ਸਕਦਾ ਹੈ ਤੇ ਰੂਹ ਨੂੰ ਵੀ ਮਾਰ ਸਕਦਾ। ਉਹਦੇ ਕੋਲ ਇਹ ਸਰੀਰ ਨੂੰ ਮਾਰ ਸਕਦੇ ਆ ਪਰ ਰੂਹ ਨੂੰ ਨਹੀਂ ਮਾਰ ਸਕਦੇ। ਇਸ ਲਈ ਗਹਿਰਾਈ ਤੱਕ ਜਦੋਂ ਅਸੀਂ ਜਾਂਦੇ ਹਾਂ ਕਲਾਮ ਦੀ, ਫਿਰ ਇਹ ਗੱਲਾਂ ਉੱਠ ਕੇ ਸਾਡੇ ਸਾਹਮਣੇ ਆਉਂਦੀਆਂ ਵੀ ਅਸਲ ਦੇ ਵਿੱਚ ਸੱਚ ਹੈ ਕੀ ਆ, ਸੱਚ ਪਿਆ ਕਿੱਥੇ ਆ, ਸਾਨੂੰ ਕਰਨਾ ਕੀ ਆ। ਅਸੀਂ ਦੁਵਿਧਾ ਦੇ ਵਿੱਚ ਹੀ ਪਏ ਆ ਕਿ ਅਸੀਂ ਕਰੀਏ ਕੀ। ਕਹਿੰਦਾ ਨਹੀਂ ਫਟੇਗਾ ਤੇ ਬੰਬ ਨਹੀਂ ਫਟਿਆ। ਆਖਰ ਬੰਬ ਫਿੱਟ ਕਰਨ ਵਾਲੇ ਆ ਕੇ ਕਦਮਾਂ ਦੇ ਵਿੱਚ ਡਿੱਗ ਪਏ। ਉਸ ਤੋਂ ਬਾਅਦ ਕਸ਼ਮੀਰ ਦਾ ਜਿਹੜਾ ਪ੍ਰਾਈਮ ਮਿਨਿਸਟਰ ਮੁੱਖ ਮੰਤਰੀ ਸੀਗਾ, ਉਹਦੇ ਇਲਾਕੇ ਦੇ ਵਿੱਚ ਇੱਕ ਖਾਸ ਇਲਾਕਾ ਜਿਹੜਾ ਮੁਸਲਮਾਨਾਂ ਦਾ ਇਲਾਕਾ ਮੰਨਿਆ ਜਾਂਦਾ, ਜਿੱਥੇ ਯਿਸੂ ਦਾ ਪ੍ਰਚਾਰ ਕਰਨ ਹੀ ਨਹੀਂ ਦਿੰਦੇ। ਖੁਦਾ ਦੇ ਰੂਹ ਨੇ ਕਿਹਾ ਕਿ ਉੱਥੇ ਜਾ ਕੇ ਮਨਾਦੀ ਕਰ। ਉੱਥੇ ਉਹਨਾਂ ਨੇ ਧਮਕੀ ਵੀ ਦਿੱਤੀ, ਤੂੰ ਇੱਥੇ ਨਹੀਂ ਕਰ ਸਕਦਾ। ਫਿਰ ਉੱਥੇ ਮਨਾਦੀ ਸ਼ੁਰੂ ਕੀਤੀ। ਜਿਹੜੇ ਬੰਦੇ ਪਿਸਤੌਲਾਂ ਜੇਬ 'ਚ ਪਾ ਕੇ ਉਹਨਾਂ ਨੇ ਸੋਚਿਆ ਸੀ ਕਿ ਬਿਲਕੁਲ ਸਟੇਜ ਦੇ ਲਾਗੇ ਜਾ ਕੇ ਇਹਨੂੰ ਗੋਲੀ ਮਾਰਾਂਗੇ। ਪਿਸਤੌਲਾਂ ਵੀ ਜੇਬ ਦੇ ਵਿੱਚ ਆ, ਹੱਥ ਵੀ ਜੇਬ ਦੇ ਵਿੱਚ ਆ। ਖੁਦਾ ਨੇ ਹੱਥ ਕੜਾ ਦਿੱਤੇ, ਵਿੱਚੋਂ ਜੇਬ ਦੇ ਵਿੱਚੋਂ ਪਿਸਤੌਲ ਨਹੀਂ ਕੱਢਣ ਦਿੱਤੀ। ਹਾਲੇਲੂਇਆ। ਔਰ ਉਹ ਸ਼ਖਸ ਤਰਸਦਾ ਰਿਹਾ ਕਿ ਕਾਸ਼ ਕੋਈ ਮੈਨੂੰ ਬੰਬ ਦੇ ਨਾਲ ਉਡਾ ਦੇਵੇ। ਉਹ ਸ਼ਖਸ ਤਰਸਦਾ ਰਿਹਾ ਕਿ ਮੈਨੂੰ ਦੁਨੀਆ ਦੀ ਦਰਦਨਾਕ ਮੌਤ ਮਾਰਿਆ ਜਾਵੇ। ਉਹ ਸ਼ਖਸ ਤਰਸਦਾ ਰਿਹਾ ਕਿ ਕੋਈ ਮੇਰਾ ਪ੍ਰਚਾਰ ਕਰਦਾ ਹੋਵਾਂ ਤੇ ਮੈਨੂੰ ਗੋਲੀ ਮਾਰੇ। ਪਰ ਮੁਸ਼ਕਲ ਹੀ ਇਸ ਚੀਜ਼ ਦੀ ਹੈ, ਤੇਰੀ ਮਰਜ਼ੀ ਦੀ ਮੌਤ ਵੀ ਤੈਨੂੰ ਖੁਦਾ ਨਹੀਂ ਦੇਵੇਗਾ। ਕਈ ਡਰਦੇ ਆ ਮੌਤ ਤੋਂ ਤੇ ਉਹਨਾਂ ਨੂੰ ਮੌਤ ਮਿਲਦੀ ਆ। ਕਈ ਕਹਿੰਦੇ ਮੌਤ ਮਿਲੇ ਤੇ ਉਹਨਾਂ ਨੂੰ ਮੌਤ ਮਿਲਦੀ। ਉਹਦੀ ਤਮੰਨਾ ਸੀ ਕਿ ਮੈਨੂੰ ਇਹੋ ਜਿਹੀ ਮੌਤ ਮਿਲੇ, ਪਰ ਉਹੋ ਜਿਹੀ ਮੌਤ ਨਹੀਂ ਮਿਲੀ। ਖੁਦਾ ਨੇ ਕੁਦਰਤੀ ਮੌਤ ਹੀ ਉਹਨੂੰ ਦਿੱਤੀ ਤੇ ਇਸ ਜਹਾਨ ਤੋਂ ਉਹਨੂੰ ਲੈ ਗਿਆ। ਔਰ ਉਹਨਾਂ ਦਾ ਸ਼ਹਿਜ਼ਾਦਾ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਸਾਡੇ ਵਿੱਚ ਹੈ। ਔਰ ਤੁਹਾਡੇ ਕੋਲ ਅੱਛਾ ਮੌਕਾ ਆਇਆ ਉਸ ਸ਼ਖਸ ਨੂੰ ਸੁਣਨ ਦਾ, ਉਹਦੀ ਗਵਾਹੀ ਅਗਰ ਦਈਏ ਤੇ ਰੌਂਗ ਤੇ ਖੜੇ ਹੋ ਜਾਂਦੇ। ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕਿ ਗਵਾਹੀਆਂ, ਮੈਨੂੰ ਨਹੀਂ ਸਮਝ ਆਉਂਦੀ ਵੀ ਲੋਕੀ ਗਵਾਹੀਆਂ ਕਿ ਦਿੰਦੇ। ਉਹਦਾ ਬਾਪ ਦੇ ਜਦੋਂ ਆਖਰੀ ਸਾਹ ਨਿਕਲਣ ਵਾਲੇ ਸੀ, ਉਹਨੂੰ ਕੰਟੈਕਟ ਕੀਤਾ ਗਿਆ ਵੀ ਤੇਰਾ ਬਾਪ ਇਸ ਜਹਾਨ ਨੂੰ ਛੱਡਣ ਵਾਲਾ, ਆ ਕੇ ਇੱਕ ਵਾਰੀ ਉਹਦੀ ਸੂਰਤ ਦੇਖ ਲਾ। ਅੱਗੇ ਉਹਦਾ ਜਵਾਬ ਕੀ ਸੀ? ਮੇਰੇ ਪਿਤਾ ਨਾਲ ਮੇਰੀ ਗੱਲ ਕਰਾਈ ਜਾਵੇ, ਉਹ ਮੇਰਾ ਕਮਾਂਡਰ ਆ। ਉਹ ਕੀ ਕਹਿੰਦਾ ਪਹਿਲਾਂ ਇਹ ਸੁਣਾਓ। ਤੇ ਬਾਪ ਦੇ ਅੱਗੇ ਲਫ਼ਜ਼ ਕੀ ਸੀ? ਸਾਹ ਨਿਕਲਣ ਵਾਲੇ ਇੱਕੋ ਹੀ ਪੁੱਤਰ। ਤੇ ਬਾਪ ਕੀ ਕਹਿ ਰਿਹਾ? ਸਿਪਾਹੀ ਦਾ ਕੰਮ ਬਾਰਡਰ ਦੇ ਉੱਤੇ ਲੜਨਾ ਆ, ਪਿੱਛੇ ਕੌਣ ਮਰ ਰਿਹਾ ਇਹਦੀ ਚਿੰਤਾ ਨਹੀਂ ਕਰਨੀ। ਤੇ ਉਹਨਾਂ ਨੇ ਫੋਨ ਕਰ ਦਿੱਤਾ ਤੇ ਉਹਨਾਂ ਦੇ ਸਾਹ ਨਿਕਲ ਗਏ। ਆਪਣੇ ਬਾਪ ਦੀ ਜੀਦੇ ਜੀ ਉਹਦੀ ਸ਼ਕਲ ਦੇਖਣ ਨਹੀਂ ਆਇਆ। ਉਹਦੇ ਮਰਨ ਤੋਂ ਬਾਅਦ ਉਹਦੀ ਅਰਥੀ ਉੱਤੇ ਨਹੀਂ ਆਇਆ। ਉਹਨੂੰ ਦਫਨਾ ਦਿੱਤਾ ਗਿਆ। ਬਾਅਦ ਵਿੱਚ ਜਦੋਂ ਉਸ ਇਲਾਕੇ ਦੇ ਵਿੱਚ ਆਇਆ ਤੇ ਲੋਕਾਂ ਨੇ ਕਿਹਾ ਕਿ ਚਲੋ ਜੀ ਤੁਹਾਨੂੰ ਉਹਨਾਂ ਦੀ ਕਬਰ ਤੇ ਲੈ ਕੇ ਚੱਲੀਏ। ਕਹਿੰਦਾ ਮੇਰਾ ਬਾਪ ਮਿੱਟੀ ਸੀ, ਇਸ ਮਿੱਟੀ ਨੂੰ ਮਹਿਮਾ ਦਿੱਤੀ ਤੇ ਖੁਦਾ ਨੇ ਆਪਣੀ ਮਹਿਮਾ ਦੇ ਲਈ ਇਸਤੇਮਾਲ ਕੀਤਾ। ਉਹ ਮਹਿਮਾ ਉਹਦੀ ਨਹੀਂ ਸੀ, ਉਹ ਮਹਿਮਾ ਮੇਰੇ ਬਾਪ ਦੀ ਸੀ। ਉਹ ਮਿੱਟੀ ਸੀ ਤੇ ਮਿੱਟੀ ਦੇ ਵਿੱਚ ਮਿਲ ਗਿਆ ਤੇ ਮੈਨੂੰ ਮਿੱਟੀ ਦਾ ਦਰਸ਼ਨ ਕਰਨ ਦੀ ਕੋਈ ਜ਼ਰੂਰਤ ਨਹੀਂ। ਹਾਲੇਲੂਇਆ। ਸਾਡੇ ਤੇ ਕਹਿੰਦੇ ਸੋਹਣੀ ਜੀ ਕਬਰ ਬਣਾਓ ਜੀ, ਉਹਦੇ ਉੱਤੇ ਨਾਮ ਵੀ ਲਿਖੋ, ਪਤਾ ਲੱਗੇ ਵੀ ਸਾਡੇ ਪਿਓ ਦੀ ਕਬਰ ਸੀ। ਉਸ ਵਕਤ ਵੀ ਯਿਸੂ ਦੇ ਸ਼ਹਿਜ਼ਾਦੇ ਸੀ, ਅੱਜ ਵੀ ਹੈਗੇ, ਪਰ ਲੱਭਦੇ ਬੜੀ ਮੁਸ਼ਕਿਲ ਦੇ ਨਾਲ ਆ। ਹਾਲੇਲੂਇਆ। ਤੇ ਜਦੋਂ ਲੱਭ ਪੈਂਦੇ ਆ ਤੇ ਫਿਰ ਜ਼ਿੰਦਗੀ ਸਮਰ ਜਾਂਦੀ ਹੈ ਤੇ ਪਤਾ ਲੱਗ ਜਾਂਦਾ ਵੀ ਅਸਲ ਦੇ ਵਿੱਚ ਮਸੀਹ ਦੇ ਵਿੱਚ ਜ਼ਿੰਦਗੀ ਹੈ ਕੀ ਹੈ। ਯਿਸੂ ਨੇ ਇਸ ਜ਼ਿੰਦਗੀ ਦਾ ਕਿਸੇ ਨਾਲ ਕੋਈ ਵਾਅਦਾ ਨਹੀਂ ਕੀਤਾ। ਜਿੱਥੇ ਵੀ ਜ਼ਿਕਰ ਆਇਆ ਹਮੇਸ਼ਾ ਦੀ ਜ਼ਿੰਦਗੀ। ਔਰ ਹਰ ਪੜਿਆ ਲਿਖਿਆ ਬੰਦਾ ਇਹ ਜਾਣਦਾ ਹੈ ਇਹ ਜ਼ਿੰਦਗੀ ਹਮੇਸ਼ਾ ਦੀ ਨਹੀਂ। ਉਹਦਾ ਵਾਅਦਾ ਕੀ ਹੈ?
ਜਿਹੜਾ ਉਹਦੇ ਉੱਤੇ ਈਮਾਨ ਲਿਆਵੇ ਉਹ ਹਲਾਕ ਨਾ ਹੋਵੇ, ਬਲਕਿ ਹਮੇਸ਼ਾ ਦੀ ਕੀ ਵਾਅਦਾ ਹੈ? ਹਮੇਸ਼ਾ ਦੀ ਜ਼ਿੰਦਗੀ ਦਾ ਵਾਅਦਾ ਹੈ। ਉਹ ਹਮੇਸ਼ਾ ਦੀ ਜ਼ਿੰਦਗੀ, ਇਸ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਤੋਂ ਬਾਅਦ ਮਿਲਣੀ ਆ, ਪਰ ਕੋਈ ਇਨਸਾਨ ਇਸ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਦੇ ਵਾਸਤੇ ਤਿਆਰ ਕੋਈ ਨਹੀਂ ਚਾਹੁੰਦਾ। ਪਰ ਖੁਦਾ ਆਪਣੇ ਲੋਕਾਂ ਦੇ ਲਈ ਲੜਦਾ ਆ, ਅੱਜ ਵੀ ਲੜ ਰਿਹਾ, ਲੇਕਿਨ ਸਾਨੂੰ ਨਜ਼ਰ ਨਹੀਂ ਆਉਂਦਾ। ਉਹ ਕਿਤੇ ਮਰਨ ਦੇ ਰਿਹਾ ਤੇ ਕਿਤੇ ਲੋਕਾਂ ਨੂੰ ਸੇਵ ਕਰਦਾ ਆ। ਔਰ ਕਿਵੇਂ ਸੇਵ ਕਰਦਾ? ਭਾਈ ਗੀਤ ਗਾ ਰਹੇ ਸੀਗੇ, ਅੱਜ ਤਲੀਮ ਦੇ ਵਿੱਚ ਫਰਕ ਆ ਗਿਆ। ਅਸੀਂ ਗੀਤ ਗਾ ਰਹੇ ਸੀ, रूह की तलवार है जो जिंदा कलाम ले लो, वस्त्र रूहानी पहन कर रूह के हथियार ले लो, ते मिलने के लिए बोला आजा यीशु के पास तू वो दे रहा है। ਜਿਹਦੇ ਕੋਲ ਮਿਲਨੇ ਆ, ਸਭ ਤੋਂ ਪਹਿਲਾਂ ਤੇ ਉਹਦੀ ਪਹਿਚਾਣ ਨਹੀਂ ਵੀ ਹਥਿਆਰ ਲੈਣੇ ਕਿਹਦੇ ਕੋਲੋਂ। ਤੇ ਉਹਦੇ ਕੋਲ ਹਥਿਆਰ ਲੈਣ ਦੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਦੇ ਵਿੱਚੋਂ ਦੀ ਨਿਕਲਣਾ ਪੈਂਦਾ, ਫਿਰ ਕਿਤੇ ਜਾ ਕੇ ਉਹ ਹਥਿਆਰ ਨਸੀਬ ਹੁੰਦੇ ਆ। ਤੇ ਜਦੋਂ ਮਿਲ ਜਾਂਦੇ ਆ ਤੇ ਫਿਰ ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਤੁਹਾਡੇ ਸਾਹਮਣੇ ਠਹਿਰ ਸਕੇ। ਪਰ ਅਫਸੋਸ ਕਿ ਤਲੀਮ ਦੇ ਵਿੱਚ ਫਰਕ ਹੈ। ਭਾਈ ਜੀ ਨੇ ਗੀਤ ਗਾਇਆ ਸੀਗਾ, ਉਹਦੇ ਵਿੱਚ ਤਕਰੀਬਨ ਲਫ਼ਜ਼ ਇਸਤੇਮਾਲ ਕਰਦੇ ਸੂਲੀ, ਤੇ ਸੂਲੀ ਤੇ ਬੜੇ ਗੀਤ ਲਿਖੇ ਗਏ ਯਿਸੂ ਮਸੀਹ ਦੇ ਬਾਰੇ ਕਿ ਉਹਨੂੰ ਸੂਲੀ ਤੇ ਚੜਾਇਆ ਗਿਆ। ਜਦੋਂ ਤੇਰੇ ਸੂਲੀ ਦੇ ਸਾਨੂੰ ਚੇਤੇ ਆਉਂਦਾ, ਜਦੋਂ ਸੂਲੀ ਦਾ ਆ ਹੁੰਦਾ, ਇਸ ਬਾਈਬਲ ਦੇ ਵਿੱਚ ਲਿਖਿਆ ਯਿਸੂ ਮਸੀਹ ਨੂੰ ਸੂਲੀ ਉੱਤੇ ਨਹੀਂ ਬਲਕਿ ਸਲੀਬ ਦੇ ਉੱਤੇ ਚੜਾਇਆ ਗਿਆ। ਲੇਕਿਨ ਹੁਣ ਲਿਖਣ ਵਾਲੇ ਵੀ ਉਦਾਂ ਦੇ ਸੀ ਵਿਚਾਰੇ, ਅੱਗੇ ਸੁਣਨ ਵਾਲੇ ਵੀ ਉਦਾਂ ਦੇ ਰੂਹ 'ਚ ਭਰਦੇ ਵੀ ਆ, ਗੀਤ ਵੀ ਗਾਉਂਦੇ ਆ, ਤੇ ਯਿਸੂ ਮਸੀਹ ਨੂੰ ਚੜਾਈ ਗਲਤ ਜਾਂਦੇ। ਉਹ ਚੜਿਆ ਸੀ ਸਲੀਬ ਦੇ ਉੱਤੇ, ਤੇ ਪੌਲੁਸ ਲਿਖਦਾ ਸਲੀਬ ਦੀ ਕਥਾ ਉਹਨਾਂ ਦੇ ਭਾਣੇ ਜਿਹੜੇ ਨਾਸ਼ ਹੋ ਰਹੇ ਆ, ਮੂਰਖਤਾ ਹੈ, ਪਰ ਜਿਹੜੇ ਬਚਾਏ ਜਾਣੇ ਉਹਨਾਂ ਦੇ ਲਈ ਦਲੇਰੀ ਹੈ, ਉਹਨਾਂ ਦੇ ਲਈ ਜ਼ਿੰਦਗੀ ਹੈ, ਉਹਨਾਂ ਦੇ ਲਈ ਇੱਕ ਤਾਕਤ ਹੈ। ਹਮਾਨ ਉਹਨੇ ਮਾਰਦਕਈ ਦੇ ਵਾਸਤੇ ਸੂਲੀ ਤਿਆਰ ਕੀਤੀ ਸੀ, ਲਿਖਿਆ 50 ਫੁੱਟ ਉੱਚੀ, 50 ਹੱਥ ਉੱਚੀ, ਤੇ ਉਹਨੂੰ ਸੂਲ ਵਾਂਗੂ ਉੱਪਰੋਂ ਤਿੱਖਾ ਕੀਤਾ ਗਿਆ ਸੀ। ਤੇ ਉਹਦੇ ਲਈ ਬਕਾਇਦਾ ਇੱਕ ਪੈਡ ਬਣਾਈ ਜਾਂਦੀ ਸੀ, ਤੇ ਉੱਥੋਂ ਬੰਦੇ ਨੂੰ ਬਾਹਾਂ ਤੋਂ ਤੇ ਲੱਤਾਂ ਤੋਂ ਫੜ ਕੇ ਢਿੱਡ ਦੇ ਭਾਰ ਉਸ ਸੂਲੀ ਦੇ ਉੱਤੇ ਸੁੱਟਿਆ ਜਾਂਦਾ ਸੀ, ਔਰ ਉਹ ਚੀਰਦਾ ਹੋਇਆ ਫਿਰ ਥੱਲੇ ਆਉਂਦਾ ਸੀ। ਔਰ ਜਿਵੇਂ ਬਾਂਸ ਦੇ ਨਾਲ ਉਹ ਬਾਹਰ ਨੂੰ ਨਿਕਲੇ ਹੁੰਦੇ ਨਾ ਹਿੱਸੇ, ਉਸ ਤਰ੍ਹਾਂ ਉਹਨੂੰ ਤਿਆਰ ਕੀਤਾ ਜਾਂਦਾ ਸੀ ਤਾਂ ਕਿ ਬੰਦਾ ਪਾੜਦਾ ਆਵੇ ਥੱਲੇ। ਕਿਹਨੂੰ ਕਿਹਾ ਜਾਂਦਾ? ਸੂਲੀ। ਸੂਲ ਵਰਗੀ ਜਿਹੜੀ ਸੀ ਉਹਨੂੰ ਸੂਲੀ ਦਾ ਨਾਂ ਦਿੱਤਾ ਗਿਆ ਹੈ। ਤੇ ਮੁਬਾਰਕ ਆ ਸਾਡੇ ਈਸਾਈ ਭਾਈ ਜਿਹੜੇ ਯਿਸੂ ਨੂੰ ਵੀ ਸੂਲੀ ਉੱਤੇ ਚੜਾਈ ਜਾਂਦੇ ਆ। ਉਹਦੀ ਅਸਲ ਸ਼ਹਾਦਤ ਜਿਹੜੀ ਇਨਸਾਨ ਦੀ ਮੁਕਤੀ ਦੇ ਵਾਸਤੇ ਹੋਈ, ਉਹਨੂੰ ਜਦੋਂ ਬਦਲ ਦਿੱਤਾ ਸਾਡੇ ਪ੍ਰੀਸਟਾਂ ਨੇ, ਤੇ ਬਾਕੀ ਕਿਸੇ ਨੂੰ ਕੀ ਸੱਚ ਦੱਸਣਗੇ ਤੇ ਕੀ ਕਿਸੇ ਨੂੰ ਪਤਾ ਲੱਗੂਗਾ ਵੀ ਸੱਚ ਜਿਹੜਾ ਉਹ ਹੈ ਕੀ ਆ? ਕਿਉਂਕਿ ਯਿਸੂ ਮਸੀਹ ਦੀ ਤੇ ਪਹਿਚਾਣ ਹੀ ਸਲੀਬ ਤੋਂ ਆ। ਅਸੀਂ ਸਲੀਬ ਦਿੱਤੇ ਹੋਏ ਯਿਸੂ ਦਾ ਪ੍ਰਚਾਰ ਕਰਦੇ, ਸੂਲੀ ਦਿੱਤੇ ਹੋਏ ਦਾ ਨਹੀਂ ਕਰਦੇ। ਹਾਲੇਲੂਇਆ। ਇਸ ਲਈ ਅਸੀਂ ਸਬਜੈਕਟ ਸ਼ੁਰੂ ਕੀਤਾ, ਪਰਮੇਸ਼ਵਰ ਨੂੰ ਗਹਿਰਾਈ ਤੱਕ ਜਾਣਨਾ ਹੈ। ਜਿਵੇਂ ਲਾਲ ਹਾਸਲ ਕਰਨ ਲਈ, ਜਿਵੇਂ ਮੋਤੀ ਹਾਸਲ ਕਰਨ ਦੇ ਲਈ ਸਮੁੰਦਰ ਦੀਆਂ ਗਹਿਰਾਈਆਂ ਤੱਕ ਉਤਰਨਾ ਪੈਂਦਾ ਹੈ, ਉਸ ਤਰ੍ਹਾਂ ਯਿਸੂ ਮਸੀਹ ਨੂੰ ਅਸੀਂ ਗਹਿਰਾਈਆਂ ਤੱਕ ਜਾਣਨਾ ਹੈ। ਲਿਖਿਆ ਵੀ ਜਦੋਂ ਮੋਤੀ ਮਿਲ ਗਿਆ ਤੇ ਉਹਨੇ ਸਭ ਕੁਝ ਹੀ ਵੇਚ ਦਿੱਤਾ। ਤੇ ਗੋਤੇਖੋਰ ਜਿੰਨੀ ਵਾਰੀ ਜਾਂਦੇ ਹਰ ਵਾਰੀ ਮੋਤੀ ਨਹੀਂ ਲੈ ਕੇ ਆਉਂਦੇ, ਬੜੀ ਵਾਰੀ ਨਿਰਾਸ਼ ਹੁੰਦੇ ਆ ਪਰ ਆਸ ਛੱਡਦੇ ਨਹੀਂ। ਔਰ ਜਿਹੜੇ ਨਿਰਾਸ਼ ਨਹੀਂ ਹੁੰਦੇ ਉਹੀ ਇੱਕ ਦਿਨ ਮੋਤੀ ਪ੍ਰਾਪਤ ਕਰਦੇ ਆ। ਹਾਲੇਲੂਇਆ। ਉਸੇ ਤਰ੍ਹਾਂ ਮਸੀਹ ਦੇ ਵਿੱਚ ਵੀ ਜਿਹੜੇ ਨਿਰਾਸ਼ ਨਾ ਹੋਣਗੇ ਉਹੀ ਮੋਤੀ ਪ੍ਰਾਪਤ ਕਰਨਗੇ। ਜਿਹੜੇ ਨਿਰਾਸ਼ ਹੋ ਜਾਂਦੇ ਉਹ ਮੋਤੀ ਪ੍ਰਾਪਤ ਨਹੀਂ ਕਰ ਸਕਦੇ। ਹੀਰਾ ਲੱਭਣਾ ਹੋਵੇ ਤੇ ਕਹਿੰਦੇ ਕੋਲੇ ਦੀ ਖਾਨ ਦੇ ਵਿੱਚ ਜਾਣਾ ਪੈਂਦਾ, ਤੇ ਜਿਹੜੇ ਕਾਲਖ ਤੋਂ ਡਰਨਗੇ ਕਦੇ ਹੀਰੇ ਨੂੰ ਪ੍ਰਾਪਤ। ਕਹਿੰਦੇ ਬੜੀ ਬਦਨਾਮੀ ਪਾਸਟਰ ਤੁਹਾਡੀ ਕਰਦੇ। ਮੈਂ ਕਿਹਾ ਕੋਈ ਗੱਲ ਨਹੀਂ, ਸਾਨੂੰ ਨਹੀਂ ਕਦੀ ਵਾਰੀ, ਕਿਉਂਕਿ ਜਦੋਂ ਦੇ ਯਿਸੂ ਚ ਆਏ ਆ ਨਾ ਸਾਡੀ ਕੋਈ ਇੱਜ਼ਤ ਹੈ ਤੇ ਨਾ ਸਾਡੀ ਕੋਈ ਬੇਇੱਜ਼ਤੀ ਹੈ। ਨਾ ਸਾਨੂੰ ਇੱਜ਼ਤ ਦੀ ਕੋਈ ਖੁਸ਼ੀ, ਕੋ ਕਹੇ ਬੜਾ ਵਧੀਆ ਜੀ ਤੁਸੀਂ, ਤਾਂ ਵੀ ਕੋਈ ਖੁਸ਼ੀ ਨਹੀਂ, ਤੇ ਜੇ ਕੋਈ ਕਹੇ ਬਹੁਤ ਮਾੜਾ ਹੈ ਤਾਂ ਵੀ ਕੋਈ ਅਫਸੋਸ, ਕਿਉਂਕਿ ਮੇਰਾ ਰਿਸ਼ਤਾ ਮੇਰੇ ਪ੍ਰਭੂ ਦੇ ਨਾਲ ਹੈ, ਦੁਨੀਆ ਦੇ ਨਾਲ। ਤੇ ਦੁਨੀਆ ਨੇ ਕਾਲਖ ਹੀ ਪਹੁੰਚਣੀ ਆ। ਇਹ ਖਾਈ ਜਿਹੜੀ ਖਾਨ ਹੈ ਨਾ ਹੀਰੇ ਦੀ, ਜਿੱਥੇ ਕੋਲੇ ਦੀ ਖਾਨ ਦੇ ਵਿੱਚ ਹੀਰਾ ਆ, ਇਹ ਦੁਨੀਆ ਇੱਕ ਕੋਲੇ ਦੀ ਖਾਨ ਦੀ ਤਰ੍ਹਾਂ ਹੀ ਆ। ਇਹਦੇ ਵਿੱਚੋਂ ਜਦੋਂ ਤੁਸੀਂ ਲੰਘਣਾ ਹੈ ਤੁਹਾਨੂੰ ਕਾਲਖ ਲੱਗਣੀ ਆ, ਇਹ ਤੋਂ ਚਿੰਤਾ ਨਹੀਂ ਕਰਨੀ, ਮੂੰਹ ਕਾਲਾ ਹੋਣਾ ਹੀ ਹੋਣਾ ਆ।
ਤੇ ਜਿਹੜਾ ਯਿਸੂ ਦੀ ਖਾਤਰ ਉਸ ਮੋਤੀ ਨੂੰ ਹਾਸਲ ਕਰਨ ਦੀ ਖਾਤਰ ਮੂੰਹ ਕਾਲਾ ਕਰਾਵੇਗਾ, ਉਹਦਾ ਹੀ ਫਿਰ ਮੂੰਹ ਚਮਕੇਗਾ। ਹਾਲੇਲੂਇਆ। ਕੋਲਾ ਜਦੋਂ ਤੱਕ ਅੱਗ ਤੋਂ ਦੂਰ ਆ ਉਦੋਂ ਤੱਕ ਕਾਲਾ ਆ। ਹਾਲੇਲੂਇਆ। ਭਾਰ ਹੈ ਫਿਰ ਨਾਲ ਤੇ ਜਦੋਂ ਅੱਗ ਦੇ ਵਿੱਚ ਰੱਖ ਦਿੱਤਾ ਤੇ ਫਿਰ ਕਾਲਾ। ਪ੍ਰੇਜ਼ ਦਾ ਲਾਰਡ। ਘਬਰਾਉਣ ਦੀ ਜ਼ਰੂਰਤ ਨਹੀਂ ਆ, ਡਰਨ ਦੀ ਜ਼ਰੂਰਤ ਨਹੀਂ ਆ। ਮੂੰਹ ਕਾਲਾ ਜਿੰਨਾ ਮਰਜ਼ੀ ਹੋ ਜਾਵੇ, ਇੱਕ ਦਿਨ ਜ਼ਰੂਰ ਉਸ ਮੋਤੀ ਤੱਕ ਪਹੁੰਚਾਂਗੇ। ਜਦੋਂ ਉਸ ਮੋਤੀ ਤੱਕ ਪਹੁੰਚ ਗਏ, ਉਸ ਅੱਗ ਤੱਕ ਪਹੁੰਚ ਗਏ, ਜਿੱਦਾਂ ਦੀ ਫਿਰ ਉਹ ਅੱਗ ਆ ਪਿਆ ਤੇ ਉਦਾਂ ਦਾ ਰੰਗ ਫਿਰ ਸਾਡਾ। ਆਮੀਨ। ਪਰ ਜਿਹੜਾ ਕਾਲਖ ਤੋਂ ਡਰੇਗਾ ਉਹ ਕਦੇ ਉਸ ਮੋਤੀ ਨੂੰ, ਉਸ ਹੀਰੇ ਨੂੰ ਪ੍ਰਾਪਤ ਕਦੇ ਨਹੀਂ ਕਰ ਸਕਦਾ। ਹੋ ਹੀ ਨਹੀਂ ਸਕਦਾ ਕਿ ਉਹ ਹਾਸਲ ਕਰ ਲਵੇ। ਅੱਜ ਅਸਲ ਜ਼ਿੰਦਗੀ ਦਾ ਪਤਾ ਹੀ ਨਹੀਂ ਹੈ ਕਿਸੇ ਨੂੰ। ਲੋਕੀ ਆਮ ਕਹਾਵਤਾਂ ਹੈ ਜੀ, ਮੌਤ ਸੱਚ ਹੈ ਜੀ, ਮੌਤ ਸੱਚ ਹੈ ਜੀ, ਮੌਤ ਸੱਚ ਹੈ ਜੀ। ਮੌਤ ਥੋੜੀ ਸੱਚ ਹੈ, ਜ਼ਿੰਦਗੀ ਸੱਚ ਹੈ। ਤੇ ਜ਼ਿੰਦਗੀ ਦੇ ਬਾਰੇ ਜਾਣਨਾ ਹੈ, ਤੇ ਜ਼ਿੰਦਗੀ ਦੇ ਬਾਰੇ ਕੋਈ ਜਾਣਨਾ ਚਾਹੁੰਦਾ ਨਹੀਂ ਹੈ। ਕਿਸੇ ਮਹਾ ਬੰਦੇ ਦੇ ਕੋਲ ਕਿਸੇ ਕੋ ਪਹੁੰਚਿਆ ਜਦੋਂ, ਤੇ ਕਹਿੰਦਾ ਜੀ ਕੋਈ ਮੌਤ ਬਾਰੇ ਜਾਣਕਾਰੀ ਦਿਓ। ਕਹਿੰਦਾ ਵੀ ਮੈਂ ਤੇ ਭਾਈ ਜਿਉਂਦਿਆਂ ਦੇ ਨਗਰੀ ਦੇ ਵਿੱਚ ਵਸਦਾ ਆ, ਜ਼ਿੰਦਗੀ ਜੀ ਰਿਹਾ ਆ, ਜ਼ਿੰਦਗੀ ਦਾ ਤਜਰਬਾ ਆ, ਜ਼ਿੰਦਗੀ ਦੇ ਬਾਰੇ ਤੂੰ ਮੇਰੇ ਕੋਲੋਂ ਕੁਝ ਪੁੱਛ, ਉਹ ਤੇ ਮੈਂ ਤੈਨੂੰ ਦੱਸ ਸਕਦਾ ਆ, ਕਿਉਂਕਿ ਮੈਂ ਜਿਉਂਦਿਆਂ ਦੀ ਧਰਤੀ ਦੇ ਉੱਤੇ ਆ ਤੇ ਜਿਉਂਦੀ ਜ਼ਿੰਦਗੀ ਬਾਰੇ ਮੈਂ ਦੱਸ ਸਕਦਾ ਆ। ਮਰਿਆ ਮੈਂ ਹੈ ਨਹੀਂ, ਤੇ ਜਿੰਨੀ ਦੇਰ ਮੈਂ ਮਰਦਾ ਨਹੀਂ ਉਨੀ ਦੇਰ ਤੱਕ ਮੌਤ ਬਾਰੇ ਮੈਂ ਤੈਨੂੰ। ਤੇ ਅੱਜ ਲੋਕੀ ਪਤਾ ਨਹੀਂ ਕਿੱਦਾਂ ਮੌਤ ਬਾਰੇ ਪ੍ਰਚਾਰ ਕਰੀ ਜਾਂਦੇ। ਮੌਤ ਤੈਨੂੰ ਕਿੱਦਾਂ ਪਤਾ ਮੌਤ ਸੱਚ ਹੈ? ਮੌਤ ਤੇ ਸਰੀਰ ਦੀ ਹੋਣੀ ਨਾ, ਆਤਮਾ ਨੇ ਕਦੀ ਮਰਨਾ ਹੀ ਨਹੀਂ। ਤੈਨੂੰ ਕਿੱਦਾਂ ਪਤਾ ਮੌਤ ਸੱਚ ਹੈ? ਜ਼ਿੰਦਗੀ ਸੱਚ ਹੈ। ਕਹਿੰਦਾ ਜ਼ਿੰਦਗੀ ਬਾਰੇ ਪੁੱਛਣਾ ਤੇ ਮੇਰੇ ਕੋਲ ਪੁੱਛ, ਕਿਉਂਕਿ ਮੈਂ ਜਿਉਂਦਾ ਤੇ ਜ਼ਿੰਦਗੀ ਦਾ ਤਜਰਬਾ ਆ। ਮੌਤ ਬਾਰੇ ਪੁੱਛਣਾ ਤੇ ਫਿਰ ਮਰਿਆ ਕੋ ਪੁੱਛ, ਕਿਉਂਕਿ ਜਿਹੜਾ ਮਰਿਆ ਉਹਨੂੰ ਪਤਾ ਹੋ ਸਕਦਾ ਕਿ ਮੌਤ ਕਿਹੋ ਜਿਹੀ। ਹਾਲੇਲੂਇਆ। ਪ੍ਰੇਜ਼ ਦਾ ਲਾਰਡ। ਇਸ ਲਈ ਹਾਲਾਤ ਅੱਜ ਜ਼ਰੂਰੀ ਆ, ਲੇਕਿਨ ਇਹਨਾਂ ਹਾਲਾਤਾਂ ਦੇ ਵਿੱਚ ਡਰਨਾ ਨਹੀਂ ਹੈ। ਉਹਨੇ ਫਿਰੌਨ ਵਰਗੇ ਬਾਦਸ਼ਾਹ ਨੂੰ ਝੁਕਾ ਦਿੱਤਾ ਮੂਸਾ ਵਰਗੇ ਇੱਕ ਆਮ ਇਨਸਾਨ ਦੇ ਅੱਗੇ। ਸੱਚ ਹੈ, ਹਮਾਨ ਜਿਹਨੇ ਮਾਰਦਕਈ ਵਾਸਤੇ ਸੂਲੀ ਬਣਾਈ ਸੀਗੀ, ਉਸੇ ਸੂਲੀ ਦੇ ਉੱਤੇ ਖੁਦਾ ਨੇ ਉਹਨੂੰ ਚੜਾ ਦਿੱਤਾ। ਮਾਰਦਕਈ ਦਾ ਉਹ ਕੁਝ ਵੀ ਕਰ ਨਹੀਂ ਸਕਿਆ। ਉਹਨਾਂ ਨੇ ਸੋਚਿਆ ਕਿ ਯਿਸੂ ਨੂੰ ਮਾਰ ਕੇ ਕਬਰ ਦੇ ਵਿੱਚ ਰੱਖ ਦਿੱਤਾ ਤਾਂ ਕਿ ਪੱਥਰ ਲਾ ਦਿੱਤਾ, ਉੱਤੇ ਮੋਹਰ ਲਾ ਦਿੱਤੀ, ਹੁਣ ਕੰਮ ਖਤਮ ਆ। ਪਰ ਨਹੀਂ ਸੀ ਜਾਣਦੇ ਹੁਣ ਤੇ ਜ਼ਿੰਦਗੀ ਸ਼ੁਰੂ ਹੋਈ ਹੈ। ਹਾਲੇਲੂਇਆ। ਉਹ ਤੇ ਮਿੱਟੀ ਲਿਖਿਆ ਤੂੰ ਲਿਆ ਗਿਆ ਤੇ ਮਿੱਟੀ ਦੇ ਵਿੱਚ ਮਿਲ ਜਾਵੇਗਾ। ਉਹ ਜਿਹੜਾ ਆਇਆ ਸੀ ਮਿੱਟੀ ਦਾ ਬਣ ਕੇ ਵੀ, ਉਹਦੀ ਬਾਡੀ ਜਿਹੜੀ ਸੀ ਉਹਨੂੰ ਵੀ ਗਲਣ ਨਹੀਂ ਦਿੱਤਾ। ਖੁਦਾ ਨੇ ਉਹਨੂੰ ਪਰਿਵਰਤਿਤ ਕਰ ਦਿੱਤਾ। ਉਸ ਸਰੀਰ ਨੂੰ ਮਿੱਟੀ ਵਿੱਚ ਨਹੀਂ ਮਿਲਣ ਦਿੱਤਾ। ਤੂੰ ਆਪਣੇ ਪਵਿੱਤਰ ਪੁਰਖ ਨੂੰ ਗਲਣ ਨਾ ਦੇਵੇਂਗਾ। ਇਸੇ ਲਈ ਉਹ ਆਸ ਹੈ ਕਿ ਜਾਂ ਤੁਰੀ ਫੂਕੀ ਜਾਵੇਗੀ ਤੇ ਅੱਖ ਝਪਕਦੇ ਹੀ ਤੁਸੀਂ ਹੋਰ ਦੇ, ਅੱਖ ਝਪਕਦੇ ਹੀ ਹੋਰ ਦੇ। ਉਹਦਾ ਮਿਸਾਲ ਹੈ ਯਿਸੂ ਖੁਦ, ਕਿ ਉਹਦੀ ਬਾਡੀ ਜਿਹੜੀ ਸੀ ਉੱਥੇ ਮਿਲੀ ਨਹੀਂ, ਪਰਿਵਰਤਿਤ ਹੋ ਗਈ। ਇਸੇ ਤਰ੍ਹਾਂ ਅਸੀਂ ਵੀ ਜਦੋਂ ਤੁਰੀ ਫੂਕੀ ਜਾਵੇਗੀ ਤੇ ਹੋਰ ਦੇ ਹੋਰ ਹੋ ਜਾਵਾਂਗੇ। ਔਰ ਅੱਜ ਮਿਸਾਲ ਦੇ ਤੌਰ ਤੇ ਅਸੀਂ ਸਿਰਫ ਇੱਕ ਗੱਲ ਨੂੰ ਸੁਣ ਕੇ ਬਾਅਦ ਚ ਦੁਆ ਕਰਾਂਗੇ। ਮੇਨ ਗੱਲ ਜਿਹੜਾ ਸਾਡਾ ਸਬਜੈਕਟ ਕੀ ਹੈ, ਐ ਮੌਤ ਤੇਰਾ ਡੰਗ ਕਿੱਥੇ? ਮੌਤ ਨੇ ਨਾ ਕਦੇ ਇਨਸਾਨ ਨੂੰ ਮਾਰਿਆ ਤੇ ਨਾ ਕਦੇ ਮਾਰ ਸਕਦੀ ਹੈ, ਕਦੇ ਨਹੀਂ ਮਾਰ ਸਕਦੀ। ਇਨਸਾਨ ਜਦੋਂ ਮਰੇਗਾ ਆਪਣੇ ਆਪ ਦੇ ਵਿੱਚ ਹੀ ਮਰੇਗਾ। ਮੌਤ ਵਿੱਚ ਹੁਣ ਸ਼ਕਤੀ ਨਹੀਂ ਹੈ। ਮੌਤ ਨੇ ਮਾਰਿਆ ਸੀ ਕਿਸੇ ਸਮੇਂ 'ਚ, ਲੇਕਿਨ ਜਦੋਂ ਦਾ ਯਿਸੂ ਮਸੀਹ ਨੇ ਮੌਤ ਦੇ ਉੱਤੇ ਫਤਹ ਪਾਈ, ਮੌਤ ਹਾਰ ਚੁੱਕੀ ਹੈ। ਮੌਤ ਦਾ ਹੁਣ ਯਿਸੂ ਦੇ ਵਿੱਚ ਆਏ ਹੋਏ ਲੋਕਾਂ ਦੇ ਉੱਤੇ ਕੋਈ ਵੀ ਵਸ ਨਹੀਂ। ਈਸ਼ਵਰ ਕਹਿੰਦਾ ਹੈ ਮੌਤ ਤੇਰਾ ਡੰਗ ਕਿੱਥੇ? ਮੌਤ ਫਤਹ ਦੀ ਬੁਰਕੀ ਹੋ ਗਈ, ਕਿਉਂਕਿ ਮੌਤ ਪਾਪ ਦੀ ਵਜ੍ਹਾ ਕਰਕੇ ਸੀ। ਪਾਪ ਨੂੰ ਯਿਸੂ ਮਸੀਹ ਨੇ ਆਪਣੇ ਪੈਰਾਂ ਦੇ ਹੇਠ ਮਿੱਧ ਦਿੱਤਾ ਹੈ। ਤੇ ਹੁਣ ਜਿਹੜਾ ਪਾਪ ਦੇ ਵਿੱਚ ਨਹੀਂ ਆ, ਮੌਤ ਉਹਦੇ ਉੱਤੇ ਰਾਜ ਕਰ। ਮੌਤ ਕਿਹਦੇ ਉੱਤੇ ਰਾਜ ਕਰੇਗੀ? ਉਹਦੇ ਉੱਤੇ ਕਰੇਗੀ ਜਿਹੜਾ ਪਾਪ ਦੇ ਵਿੱਚ ਹੈ, ਕਿਉਂਕਿ ਪਾਪ ਦੀ ਮਜ਼ਦੂਰੀ ਮੌਤ ਆ। ਹਾਲੇਲੂਇਆ। ਜਿਹੜਾ ਪਾਪ ਦੇ ਵਿੱਚ ਆ ਉਹਨੂੰ ਮੌਤ ਮਿਲੇਗੀ ਮਜ਼ਦੂਰੀ ਦੇ ਵਿੱਚ, ਪਰ ਜਿਹੜਾ ਪਾਪ ਤੋਂ ਛੁੱਟ ਗਿਆ ਉਹਨੂੰ ਮੌਤ ਛੂ ਵੀ। ਹਾਲੇਲੂਇਆ। ਉਹਨੂੰ ਮੌਤ ਛੂ ਨਹੀਂ ਸਕਦੀ। ਇਸ ਲਈ ਅਸੀਂ ਕਈ ਵਾਰੀ ਕਹਿ ਦਿੰਦੇ ਉਹ ਮਰ ਗਏ ਜੀ। ਉੱਥੇ ਕਿੰਨੇ ਮਰੇ? ਪਾਕਿਸਤਾਨ ਦੇ ਵਿੱਚ 15 ਬੰਦੇ ਮਰ ਗਏ, 20 ਬੰਦੇ ਮਰ ਗਏ। ਜੇ ਤੇ ਉਹ
ਪਾਪ ਦੇ ਵਿੱਚ ਸੀ ਫਿਰ ਸੱਚਮੁੱਚ ਮਰ ਗਏ ਆ, ਤੇ ਜੇ ਪਾਪ ਦੇ ਵਿੱਚ ਨਹੀਂ ਸੀ ਤੇ ਫਿਰ ਸੌਂ ਗਏ ਆ। ਹਾਲੇਲੂਇਆ। ਕਹਿੰਦਾ ਆਓ ਹੁਣ ਚੱਲੀਏ ਕਿਉਂਕਿ ਸਾਡਾ ਭਰਾ ਲਾਜ਼ਰ ਸੌਂ ਗਿਆ ਹੈ। ਕੀ ਲਿਖਿਆ? ਮਰ ਨਹੀਂ ਗਿਆ। ਕੀ ਲਿਖਿਆ ਆ? ਤੇ ਮਰੇ ਹੋਏ ਲੋਕਾਂ ਦਾ ਕੀ ਬਿਆਨ ਸੀ? ਕਹਿੰਦੇ ਹੁਣ ਤੇ ਜੋ ਸੜਿਆਨ ਆਉਂਦੀ ਹੋਣੀ, ਗਲ ਗਿਆ ਹੋਣਾ, ਸੜ ਗਿਆ ਹੋਣਾ। ਕਹਿੰਦੇ ਇੱਕ ਪਾਸੇ ਤੁਸੀਂ ਈਮਾਨ ਵੀ ਰੱਖਦੇ, ਦੂਜੇ ਪਾਸੇ ਕਹਿੰਦੇ ਸੜ ਵੀ ਗਿਆ ਹੋਣਾ, ਵੀ ਲੈ ਕੇ ਚੱਲੋ ਉੱਥੇ। ਹਾਲੇਲੂਇਆ। ਹਾਲੇਲੂਇਆ। ਉਹਨਾਂ ਕੋਲੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰ ਸਕਦੇ ਆ, ਬਲਕਿ ਉਹਦੇ ਕੋਲੋਂ ਡਰੋ ਜਿਹੜਾ ਸਰੀਰ ਨੂੰ ਵੀ ਮਾਰ ਸਕਦਾ ਤੇ ਰੂਹ ਨੂੰ ਵੀ ਹਮੇਸ਼ਾ ਦੇ ਲਈ ਨਰਕ ਦੀ ਅੱਗ ਦੇ ਵਿੱਚ ਪਾ ਸਕਦਾ। ਇਹ ਤੇ ਸ਼ੁਰੂਆਤ ਹੋ ਚੁੱਕੀ ਹੈ। ਹਾਲੇਲੂਇਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਲਿਖਤਾਂ ਦੇ ਮੁਤਾਬਕ ਹੁਣ ਦੁਨੀਆ ਕੋਲ ਜ਼ਿਆਦਾ ਸਮਾਂ ਨਹੀਂ ਹੈ, ਹੁਣ 15-16 ਸਾਲ ਹੀ ਹੈ। ਲੇਕਿਨ ਲੋਕੀ ਕਹਿੰਦੇ ਬਥੇਰੀਆਂ ਭਵਿੱਖਬਾਣੀਆਂ ਪਹਿਲਾਂ ਵੀ ਹੋਈਆਂ, ਬਥੇਰਾ ਕੋਈ ਲੋਕਾਂ ਨੇ ਕਿਹਾ ਸੀ 2000 ਦੇ ਵਿੱਚ ਦੁਨੀਆ ਖਤਮ ਹੋ ਜਾਣੀ, 2012 ਚ ਦੁਨੀਆ ਖਤਮ ਹੋ ਜਾਣੀ, 2014 ਚ ਦੁਨੀਆ ਖਤਮ ਹੋ ਜਾਣੀ। ਉਹ ਵਾਲੀ ਜਿਹੜੀ ਲਿਖਤ ਹੈ ਉਹਦੇ ਮੁਤਾਬਕ ਹੁਣ ਚੈਲੰਜ ਕੋਈ ਨਹੀਂਗਾ। ਹਰ ਉਹ ਨਿਸ਼ਾਨ ਅੱਜ ਸਿਰ ਤੇ ਆ ਖੜਾ ਹੋਇਆ ਹੈ। ਤੇ ਕਲਾਮ ਇਹ ਦੱਸਦਾ ਕਿ ਜਿਹੜੇ ਮੂਰਖਾ ਜਿਵੇਂ ਨੂਹਾਂ ਦੇ ਸਮੇਂ ਦੇ ਵਿੱਚ ਉਹ ਆਪਣੇ ਹੀ ਕੰਮਾਂ ਦੇ ਵਿੱਚ ਲੱਗੇ ਹੋਏ ਸੀਗੇ, ਉਸੇ ਤਰ੍ਹਾਂ ਉਹ ਲੱਗੇ ਰਹਿਣਗੇ ਤੇ ਮਨੁੱਖ ਦਾ ਪੁੱਤਰ ਆ ਜਾਵੇਗਾ ਜਦ ਤੱਕ ਇਹ ਪੀੜ੍ਹੀ ਬੀਤ ਨਾ ਜਾਵੇ। ਹਾਲੇਲੂਇਆ। ਤੇ ਪੀੜ੍ਹੀ ਬੀਤਣ ਦਾ ਸਮਾਂ ਸ਼ੁਰੂ ਹੋ ਚੁੱਕਾ 1948 ਤੋਂ, ਤੇ ਪੀੜ੍ਹੀ ਦੀ ਉਮਰ 60 ਸਾਲ 70 ਸਾਲ 80 ਸਾਲ ਹੱਦ 90 ਸਾਲ। ਤੇ 48 ਤੋਂ ਬੈਠ ਕੇ ਨਾ ਕਾਊਂਟਿੰਗ ਕਰਿਆ ਕਰੋ ਘਰ 'ਚ। ਇਹ ਕੋਈ ਭਵਿੱਖਬਾਣੀ ਨਹੀਂ, ਇਹ ਲਿਖਤ ਆ। ਹਾਲੇਲੂਇਆ। ਤੇ ਲਿਖਤ ਕਦੇ ਨਾ ਮਰੀ ਤੇ ਨਾ ਕਦੇ ਮਰ ਸਕਦੀ। ਝੂਠੀਆਂ ਭਵਿੱਖਬਾਣੀਆਂ ਹੋ ਸਕਦੀਆਂ ਪਰ ਲਿਖਤ ਝੂਠੀ ਨਹੀਂ ਹੋ ਸਕਦੀ। ਲਿਖਤ ਝੂਠੀ ਨਹੀਂ ਹੋ ਸਕਦੀ। ਤੇ ਲਿਖਤ ਦੇ ਮੁਤਾਬਕ ਹੁਣ ਸਮਾਂ ਜਿਹੜਾ ਆ ਉਹ ਸਿਰ ਦੇ ਉੱਤੇ, ਤੇ ਲਿਖਤ ਹਰ ਪੂਰੀ ਹੁੰਦੀ ਹੈ। ਲਿਖਿਆ ਉਹਨੇ ਕਿਹਾ ਮੈਂ ਪਿਆਸਾ ਸੀ ਤਾਂ ਜੋ ਲਿਖਤ ਪੂਰੀ ਹੋਵੇ, ਉਹਨੂੰ ਸਿਰਕਾ ਪਿਲਾਇਆ ਗਿਆ ਤਾਂ ਜੋ ਲਿਖਤ ਪੂਰੀ ਹੋਵੇ, ਉਹਦੇ ਕੱਪੜਿਆਂ ਨੂੰ ਵੰਡ ਲਿਆ ਗਿਆ ਤਾਂ ਕਿ ਲਿਖਤ। ਤੇ ਉਸੇ ਤਰ੍ਹਾਂ ਇਹ ਵੀ ਲਿਖਤ ਪੂਰੀ ਹੋਣੀ ਹੈ ਕਿ ਇਹ ਪੀੜ੍ਹੀ ਬੀਤ ਨਾ ਜਾਵੇਗੀ ਕਿ ਮਨੁੱਖ ਦਾ ਪੁੱਤਰ ਜਾਂ ਇਸਰਾਇਲ ਆਪਣੇ ਵਜੂਦ ਦੇ ਵਿੱਚ ਦੁਬਾਰਾ ਆਵੇਗਾ। ਇਹ ਪੀੜ੍ਹੀ ਬੀਤ ਨਾ ਜਾਵੇਗੀ ਕਿ ਮਨੁੱਖ ਦਾ ਪੁੱਤਰ ਆ ਜਾਵੇਗਾ। ਤੇ 1948 ਦੇ ਵਿੱਚ ਇਸਰਾਇਲ ਆਪਣੇ ਵਜੂਦ ਦੇ ਵਿੱਚ ਆਇਆ ਸੀ। ਤੇ ਉਸ ਤੋਂ ਬਾਅਦ ਹੁਣ ਤੁਸੀਂ ਸਮਾਂ ਲਾ ਲਓ ਕਿ ਖੁਦਾ ਨੇ ਇੱਕ ਪੀੜ੍ਹੀ ਦੀ ਉਮਰ 60 ਤੋਂ ਕਹਿੰਦਾ ਵੱਧ ਤੋਂ ਵੱਧ 70, ਜ਼ਿਆਦਾ 60 ਹੈਗਾ ਤੇ 80, ਤੇ ਜੇ ਉਹਨੇ ਆਪਣੀ ਦਇਆ ਨੂੰ ਹੋਰ ਜ਼ਿਆਦਾ ਦਿਖਾਉਣਾ ਹੋਵੇ ਤੇ 90। ਤੇ ਜੇ 70 ਦੇ ਹਿਸਾਬ ਨਾਲ ਜਾਈਏ ਤੇ ਕੰਮ ਹੋ ਚੁੱਕਾ, ਤੇ 80 ਦੇ ਹਿਸਾਬ ਨਾਲ ਹੋਈਏ ਤੇ ਹੋਣ ਵਾਲਾ, ਤੇ 90 ਹਿਸਾਬ ਨਾਲ ਜਾਈਏ ਤੇ ਹੱਦ 2038 ਤੱਕ ਹੈ ਦੁਨੀਆ। ਜੀ ਮੌਕਾ ਦੇ ਰਹੇ ਹਨ। ਹਾਲੇਲੂਇਆ। ਤੇ ਇਹ ਸ਼ੁਰੂਆਤ ਜਿਹੜੀ ਹੈ ਇਹ ਹੋ ਚੁੱਕੀ ਹੈ, ਔਰ ਇਹਨੂੰ ਚੈਲੰਜ ਕੋਈ ਨਹੀਂ ਹੈ। ਜੋ ਕੁਝ ਹੋ ਰਿਹਾ ਬਿਲਕੁਲ ਪਲਾਨਿੰਗ ਦੇ ਵਿੱਚ ਹੋ ਰਿਹਾ ਹੈ, ਔਰ ਹਰ ਉਹ ਨਿਸ਼ਾਨ ਜਿਹੜਾ ਹੈ ਪੂਰਾ ਹੋ ਚੁੱਕਾ ਹੈ। ਈਰਾਨ ਜਿਹੜਾ ਆ ਉਹ ਉਸ ਹੱਦ ਤੱਕ ਪਹੁੰਚ ਚੁੱਕਾ ਕਿ ਕਿਸੇ ਟਾਈਮ ਵੀ ਉਹ ਕਹਿ ਸਕਦਾ ਕਿ ਸਾਡੇ ਕੋਲ ਪਰਮਾਣੂ ਤਿਆਰ ਹੈ। ਹਾਲੇਲੂਇਆ। ਕਿਸੇ ਟਾਈਮ ਵੀ ਕਹਿ ਸਕਦਾ ਹੈ। ਉਧਰੋਂ ਇਸਰਾਇਲ ਆਪਣੀਆਂ ਤਿਆਰੀਆਂ ਦੇ ਵਿੱਚ ਲੱਗ ਚੁੱਕਾ ਹੈ। ਉਹ ਲਿਖਿਆ ਸੀ ਅੰਤ ਸਮੇਂ ਦੇ ਵਿੱਚ ਮੈਂ ਚੌਂ ਕੁੰਠਾਂ ਤੋਂ ਸਾਰੇ ਪਾਸਿਆਂ ਤੋਂ ਆਪਣੇ ਲੋਕਾਂ ਨੂੰ ਇਸਰਾਇਲ ਦੇ ਵਿੱਚ ਇਕੱਠਾ ਕਰਾਂਗਾ। ਔਰ ਤੁਸੀਂ ਅਗਰ ਖਬਰਾਂ ਸੁਣਦੇ ਹੋ, ਪੜ੍ਹਦੇ ਹੋ ਤੇ ਵਿਚਾਰ ਕਰੋ, ਸਾਡੇ ਨਾਲੋਂ ਉਹ ਜਿਨ੍ਹਾਂ ਨੇ ਯਿਸੂ ਨੂੰ ਸਲੀਬ ਦੇ ਉੱਤੇ ਲਟਕਾਇਆ ਸੀ ਜ਼ਿਆਦਾ ਇਸ ਕਲਾਮ ਨੂੰ ਅਹਿਮੀਅਤ ਦਿੰਦੇ ਆ। ਅਗਰ ਇਹਨਾਂ ਬੀਤੇ ਸਾਲਾਂ ਦੇ ਉੱਤੇ ਤੁਸੀਂ ਕਾਊਂਟਿੰਗ ਕਰੋ ਤੇ ਬੇਸ਼ੁਮਾਰ ਯਹੂਦੀ ਲੋਕ ਜਿਹੜੇ ਆ ਉਹ ਵਾਪਸ ਜਾਣਾ ਸ਼ੁਰੂ ਹੋ ਚੁੱਕੇ ਆ। ਉਹਨਾਂ ਨੂੰ ਪਤਾ ਲੱਗ ਚੁੱਕਾ, ਪਰ ਸਾਨੂੰ ਪਾਕ ਰੂਪ ਆਇਆ ਹੋਇਆ ਨੂੰ ਅਜੇ ਤੱਕ ਪਤਾ। ਉਹਨਾਂ ਦਾ ਪ੍ਰਾਈਮ ਮਿਨਿਸਟਰ ਆਇਆ ਸੀ ਇੱਥੋਂ, ਕਹਿ ਕੇ ਗਿਆ ਵੀ ਤੁਸੀਂ ਉਹਨੂੰ ਰੋਕੋ ਕਿਸੇ ਤਰ੍ਹਾਂ ਈਰਾਨ ਨੂੰ, ਕਿਤੇ ਉਹ ਪਰਮਾਣੂ ਤਿਆਰ ਨਾ ਕਰ ਲਵੇ, ਕਿਉਂਕਿ ਚਲਾਉਣਾ ਉਹਨੇ ਸਾਡੇ ਉੱਤੇ ਹੀ ਹੈ। ਪਰ ਪ੍ਰਾਈਮ ਮਿਨਿਸਟਰ ਨੂੰ ਇੱਕ ਗੱਲ ਦਾ ਨਹੀਂ ਪਤਾ, ਇਸਰਾਇਲ ਦੇ ਉੱਤੇ ਕੋਈ ਪਰਮਾਣੂ ਹਥਿਆਰ ਕੰਮ ਕਰ ਨਹੀਂ ਸਕਦਾ। ਆਮੀਨ। ਇਰਾਨ ਨੂੰ ਰੋਕ ਰਹੇ ਨੇ ਐਟਮੀ ਬੰਬ। ਹਾਲੇਲੂਇਆ। ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਇਸਰਾਇਲ ਦੇ ਨਾਲ ਟੱਕਰ ਲਵੇ ਤੇ ਉਹਨੂੰ ਹਰਾ ਸਕੇ, ਖਾਸ ਕਰਕੇ ਇਸ ਅੰਤਿਮ ਸਮੇਂ ਦੇ ਵਿੱਚ। ਔਰ ਅੰਤਿਮ ਸਮੇਂ ਦੇ ਜਿਹੜੇ ਲੱਛਣ ਆ ਸ਼ੁਰੂ ਹੋ ਚੁੱਕੇ ਆ। ਇਸ ਲਈ ਸਾਨੂੰ ਮੌਤ ਤੋਂ ਡਰਨ ਦੀ ਜ਼ਰੂਰਤ ਨਹੀਂ। ਹੁਣ ਤੇ ਮੌਤ ਦਾ ਸਾਹਮਣਾ, ਇਹ ਲਫ਼ਜ਼ ਕਹਿਣਾ, ਇਹ ਮੌਤ ਤੇਰਾ ਡੰਗ ਕਿੱਥੇ,
ਇਹ ਸਿਰਫ ਕਲਾਮ ਥੋੜੀ ਦੱਸਣਾ ਹੈ, ਹੁਣ ਤੈਨੂੰ ਪੂਰਾ ਕਰਨ ਦਾ ਵੇਲਾ ਆਇਆ ਹੈ। ਦੁਸ਼ਮਣ ਹੈਰਾਨ ਹੋਵੇ ਵੀ ਮੈਂ ਤੈਨੂੰ ਮਾਰਨ ਆਇਆ ਸੀ ਤੇ ਥੋੜਾ ਡਰੂਗਾ, ਤੇ ਇਹ ਕਹਿੰਦਾ ਮੈਨੂੰ ਤੇ ਪਤਾ ਸੀ ਤੂੰ ਮੈਨੂੰ ਮਾਰਨ ਆਣ ਡਿਆ ਤੇ ਮੈਂ ਤੇ ਤੇਰੇ ਲਈ ਤਿਆਰ ਬੈਠਾ। ਹਾਲੇਲੂਇਆ। ਕਿਉਂਕਿ ਉਹਨਾਂ ਨੇ ਤਰਸ ਨਹੀਂ ਕਰਨਾ ਲਿਖਿਆ ਕਿ ਜਿਹੜਾ ਤੁਹਾਨੂੰ ਮਾਰ ਦੇਵੇਗਾ ਉਹ ਆਪਣੇ ਮਨ ਦੇ ਵਿੱਚ ਇਹ ਸੋਚੇਗਾ ਕਿ ਮੈਂ ਬਹੁਤ ਪੁੰਨ ਦਾ ਕੰਮ ਕੀਤਾ। ਸਾਨੂੰ ਮਾਰਨ ਤੋਂ ਬਾਅਦ ਕੀ ਸੋਚੇ? ਪਛਤਾਪ ਨਹੀਂ ਕਰੂਗਾ ਬੰਦਾ ਸਾਨੂੰ ਮਾਰਨ ਤੋਂ ਬਾਅਦ, ਕੋਈ ਪਛਤਾਊਗਾ ਨਹੀਂ ਵੀ ਮੈਂ ਬਹੁਤ ਮਾੜਾ ਕੰਮ ਕਰ ਰਿਹਾ। ਕੀ ਕਹੂਗਾ? ਮੈਂ ਇੱਕ ਕਾਫਰ ਨੂੰ ਮਾਰ ਆਇਆ ਤੇ ਮੈਂ ਬਹੁਤ ਇੱਕ ਨੇਕੀ ਦਾ ਕੰਮ ਕਰਕੇ, ਮਤਲਬ ਉਹਨੂੰ ਪਛਤਾਪ ਦਾ ਵੀ ਮੌਕਾ ਖੁਦਾ ਨੇ ਨਹੀਂ ਬਖਸ਼ਣਾ ਕਿ ਉਹ ਤੌਬਾ ਹੀ ਕਰ ਲਵੇ, ਬਲਕਿ ਉਹਨੂੰ ਹੋਰ ਉਹਦੇ ਘਮੰਡ ਨੂੰ ਉੱਚਾ ਕਰਨਾ ਹੈ ਕਿ ਮੈਂ ਬਹੁਤ ਚੰਗਾ ਤੇ ਨੇਕ ਕੰਮ ਕਰਕੇ ਆਇਆ। ਇਸ ਲਈ ਅੱਜ ਤਿਆਰੀ ਦਾ ਦਿਨ ਆ। ਹੁਣ ਤੋਂ ਤਿਆਰੀ ਕਰੀਏ, ਜੇ ਹਮੇਸ਼ਾ ਦੀ ਜ਼ਿੰਦਗੀ ਦੇ ਵਿੱਚ ਦਾਖਲ ਹੋਣਾ ਆ ਤੇ ਹੁਣ ਤੋਂ ਤਿਆਰੀ ਕਰੀਏ ਤੇ ਹੁਣ ਤੋਂ ਕਹਿਣਾ ਸ਼ੁਰੂ ਕਰੀਏ, ਮੌਤ ਤੂੰ ਮੈਨੂੰ ਡਰਾ, ਤੂੰ ਨਹੀਂ ਮੈਨੂੰ ਡਰਾ ਸਕਦੀ। ਸ਼ਦਰਕ ਮੇਸ਼ਕ ਅਬਦਨਗੋ ਦਾ ਪ੍ਰਚਾਰ ਕਰਨਾ ਕਾਫੀ ਨਹੀਂ ਹੈ। ਡੈਨੀਅਲ ਦੇ ਸ਼ੇਰਾਂ ਦੇ ਘੁਰਨੇ ਦਾ ਪ੍ਰਚਾਰ ਕਰਨਾ ਕਾਫੀ ਨਹੀਂ ਹੈ ਕਿ ਉਹ ਸ਼ੇਰਾਂ ਦੇ ਘੁਰਨੇ ਦੇ ਵਿੱਚ ਚਲੇ ਗਿਆ, ਅਸੀਂ ਡਰਿਆ ਨਹੀਂ। ਸ਼ਦਰਕ ਮੇਸ਼ਕ ਅਬਦਨਗੋ ਅੱਗ ਦੇ ਵਿੱਚ ਚਲੇ ਗਏ, ਅਸੀਂ ਡਰੇ ਨਹੀਂ। ਉਹ ਲੋਕ ਪਾਖਰੂ ਨਹੀਂ ਸੀ ਪਾਏ ਹੋਏ, ਪਰ ਸਾਡੇ ਨਾਲ ਜ਼ਿਆਦੀ ਤਾਕਤ ਰੱਖਦੇ ਸੀ। ਉਹਨਾਂ ਕਿਹਾ ਬਾਦਸ਼ਾਹ ਤੇਰੀ ਗੱਲ ਨਹੀਂ ਮੰਨਾਂਗੇ, ਬੇਸ਼ੱਕ ਅੱਗ ਦੀ ਭੱਠੀ ਦੇ ਵਿੱਚ ਚਲੇ ਜਾਈਏ। ਡੈਨੀਅਲ ਨੇ ਆਪਣੇ ਨਿਤਨੇਮ ਨੂੰ ਛੱਡਿਆ ਨਹੀਂ। ਪਤਾ ਸੀ ਕਿ ਇਹਦਾ ਅੰਜਾਮ ਜਿਹੜਾ ਆ ਉਹ ਮੌਤ ਆ, ਪਰ ਉਹਨੇ ਮੌਤ ਨੂੰ ਕਹਿ ਦਿੱਤਾ ਕਿ ਤੂੰ ਮੇਰੇ ਪਿਤਾ ਤੋਂ ਬਿਨਾ ਮੇਰਾ ਕੁਝ ਵੀ ਵਿਗਾੜ, ਤੂੰ ਮੇਰੇ ਪਿਤਾ ਦੀ ਮਰਜ਼ੀ ਤੋਂ ਬਿਨਾ ਮੇਰੇ ਲਾਗੇ ਨਹੀਂ ਆ ਸਕਦੀ। ਇਸ ਲਈ ਭੁੱਲ ਜਾਓ ਕਿ ਪਿਤਾ ਦੀ ਮਰਜ਼ੀ ਤੋਂ ਬਿਨਾ ਕੋਈ ਸਾਨੂੰ ਮਾਰ ਸਕਦਾ ਹੈ, ਤੇ ਮੁਬਾਰਕ ਹੋਵੋਗੇ ਜੇ ਪਿਤਾ ਦੀ ਮਰਜ਼ੀ ਨਾਲ ਤੁਹਾਨੂੰ ਕੋਈ ਮਾਰ ਦੇਵੇ। ਆਪਣੀ ਅੱਖਾਂ ਨੂੰ ਬੰਦ ਕਰੀਏ, ਸਿਰਾਂ ਝੁਕਾਈਏ, ਦੁਆ ਕਰਾਂਗੇ। ਖੁਦਾਵੰਦ ਖੁਦਾ ਤੇਰੀ ਤਾਰੀਫ, ਤੇਰਾ ਸ਼ੁਕਰ ਕਰਦੇ ਹਾਂ ਤੇਰੇ ਨੇਕ ਅੱਛੇ ਵਾਅਦਿਆਂ ਦੇ ਲਈ, ਔਰ ਖੁਦਾਵੰਦ ਤੇਰੇ ਕਲਾਮ ਦੇ ਉਹਨਾਂ ਭੇਟਾਂ ਦੇ ਲਈ ਜੋ ਤੂੰ ਪਹਿਲਾਂ ਤੋਂ ਸਾਡੇ ਤੇ ਜ਼ਾਹਿਰ ਕੀਤੇ ਹਨ ਕਿ ਸਾਡੇ ਨਾਲ ਕੀ ਹੋਣ ਵਾਲਾ ਹੈ। ਸੋ ਐ ਪਿਤਾ, ਅਸੀਂ ਕਲੀਸਿਆ ਦੇ ਬਚਾਓ ਦੇ ਲਈ ਦੁਆ ਨਹੀਂ ਕਰਦੇ, ਬਲਕਿ ਕਲੀਸਿਆ ਦਲੇਰ ਹੋਵੇ, ਇਹ ਦੁਆ ਹੈ ਸਾਡੀ। ਕਲੀਸਿਆ ਮੌਤ ਨੂੰ ਹਰਾ ਦੇਵੇ, ਇਹ ਦੁਆ ਹੈ ਪਿਤਾ ਸਾਡੀ। ਮਾਰਨ ਵਾਲੇ ਅੱਕ ਜਾਣ, ਥੱਕ ਜਾਣ ਖੁਦਾਵੰਦ, ਇਹ ਦੁਆ ਹੈ ਸਾਡੀ। ਮਰਨ ਵਾਲੇ ਮੌਤ ਨੂੰ ਤਮਾਸ਼ਾ ਬਣਾ ਦੇਣ ਖੁਦਾਵੰਦ, ਇਹ ਦੁਆ ਹੈ ਸਾਡੀ। ਕਿਉਂਕਿ ਅਸੀਂ ਤੇਰੇ ਕਲਾਮ ਨੂੰ ਜਾਣਦੇ ਹਾਂ ਖੁਦਾਵੰਦ, ਮੌਤ ਦੇ ਨਾਲ ਮੰਗਣੀ ਕਰਕੇ ਆਏ ਹਾਂ ਖੁਦਾਵੰਦ, ਔਰ ਮੌਤ ਨੂੰ ਵਿਆਹਾਂਗੇ ਜ਼ਰੂਰ। ਪਿਤਾ ਤੂੰ ਇਹਨਾਂ ਆਖਰੀ ਦਿਨਾਂ ਦੇ ਵਿੱਚ ਆਪਣੇ ਲੋਕਾਂ ਨੂੰ ਦਲੇਰੀ ਦਾ ਰੂਹ ਦੇ, ਤੇਰੀ ਦਲੇਰੀ ਦੇ ਰੂਹ ਦੇ ਨਾਲ ਖੁਦਾਵੰਦ ਤੇਰੀ ਸਚਾਈ ਨੂੰ ਹਰੇਕ ਉਸ ਇਨਸਾਨ ਤੱਕ ਪਹੁੰਚਾ ਸਕਣ ਖੁਦਾਵੰਦ, ਜਿਹੜੇ ਨਹੀਂ ਜਾਣਦੇ ਕਿ ਸੱਚ ਕੀ ਹੈ। ਅੱਜ ਏਲੀਜਾ ਜੈਸੇ ਜਰਾਵਰ ਲੋਕਾਂ ਦੀ ਜ਼ਰੂਰਤ ਹੈ ਖੁਦਾ, ਜਿਨ੍ਹਾਂ ਨੇ ਮੌਤ ਨੂੰ ਤਮਾਸ਼ਾ ਸਮਝੇ। ਅੱਜ ਸ਼ਦਰਕ ਮੇਸ਼ਕ ਅਬਦਨਗੋ ਜੈਸੇ ਲੋਕਾਂ ਦੀ ਜ਼ਰੂਰਤ ਹੈ ਜਿਹੜੇ ਮੌਤ ਨੂੰ ਤਮਾਸ਼ਾ ਬਣਾਉਂਦੇ। ਅੱਜ ਡੈਨੀਅਲ ਵਰਗੇ ਲੋਕਾਂ ਦੀ ਜ਼ਰੂਰਤ ਹੈ ਖੁਦਾਵੰਦ, ਜਿਨ੍ਹਾਂ ਦੇ ਅੱਗੇ ਮੌਤ ਵੀ ਹਾਰ ਜਾਵੇ। ਅੱਜ ਤੇਰੇ ਦਾਸ ਪੌਲੁਸ ਵਰਗੇ ਲੋਕਾਂ ਦੀ ਜ਼ਰੂਰਤ ਹੈ ਖੁਦਾਵੰਦ, ਜਿਹਨੇ ਕਿਹਾ ਹੈ ਕਿ ਮੈਂ ਕਾਮਨਾਵਾਂ ਸਮੇਤ ਆਪਣੇ ਆਪ ਨੂੰ ਸਲੀਬ ਦੇ ਉੱਤੇ ਲਟਕਾ ਦਿੱਤਾ ਹੈ। ਹੁਣ ਮੈਂ ਨਹੀਂ ਜਿਉਂਦਾ, ਬਲਕਿ ਮਸੀਹ ਮੇਰੇ ਵਿੱਚ ਜਿਉਂਦਾ ਹੈ। ਸੱਚਮੁੱਚ ਅੱਜ ਪੌਲੁਸ ਵਰਗੇ ਤੇਰੇ ਦਾਸਾਂ ਦੀ ਜ਼ਰੂਰਤ ਹੈ ਖੁਦਾਵੰਦ, ਜਿਹੜੇ ਸੀ ਤੇ ਪਾੜਨ ਵਾਲੇ ਬਗਿਆੜ, ਪਰ ਖੁਦ ਲੋਕਾਂ ਦੇ ਅੱਗੇ ਇਸ ਤਰ੍ਹਾਂ ਪੇਸ਼ ਹੋ ਗਏ ਕਿ ਲੋਕਾਂ ਨੂੰ ਕਿਹਾ ਕਿ ਆਓ ਮੈਨੂੰ ਪਾੜ ਦਿਓ, ਮੈਂ ਨਾ ਡਰਾਂਗਾ ਕਿਉਂਕਿ ਮੈਂ ਯਿਸੂ ਦਾ ਦੀਵਾਨਾ ਹਾਂ। ਪਾੜਨ ਵਾਲਾ ਬਗਿਆੜ, ਮਾਰ ਸੁੱਟਣ ਵਾਲਾ ਬਗਿਆੜ ਮਰਨ ਦੇ ਵਾਸਤੇ ਤੇਰੀ ਮੁਹੱਬਤ ਦੇ ਵਿੱਚ ਤਿਆਰ ਹੋ ਗਿਆ। ਤੇਰੇ ਲੋਕ ਤੇਰੀ ਮੁਹੱਬਤ ਨੂੰ ਸਮਝ ਲੈਣ ਪਿਤਾ। ਪਾਕਿਸਤਾਨ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਦੇ ਨਾਲ ਇਹ ਧੱਕਾ ਹੋਇਆ ਖੁਦਾਵੰਦ, ਤੂੰ ਆਪਣੇ ਕਲਾਮ ਦੇ ਗਹਿਰੇ ਭੇਤ ਉਹਨਾਂ ਤੇ ਜ਼ਾਹਿਰ ਕਰ ਖੁਦਾ। ਉਹ ਲੋਕ ਜਿਨ੍ਹਾਂ ਦੇ ਜੀਵਨਾਂ ਤੋਂ ਵਿਛੜ ਗਏ ਖੁਦਾਵੰਦ, ਤੇਰੀ ਮਕਸਦ ਨੂੰ ਸਮਝ ਸਕਣ।
ਡਰਨ ਨਾ ਖੁਦਾਵੰਦ, ਬਲਕਿ ਤੇਰਾ ਰੂਹ ਉਹਨਾਂ ਨੂੰ ਦਲੇਰੀ ਬਖਸ਼ੇ ਖੁਦਾ। ਦੁਸ਼ਮਣ ਮਾਰਦਾ ਮਾਰਦਾ ਥੱਕ ਜਾਵੇ ਖੁਦਾਵੰਦ, ਪਰ ਤੇਰੇ ਲੋਕ ਮਰਦੇ ਥੱਕਣ ਨਾ। ਐਸੀ ਰੂਹ ਦੀ ਦਲੇਰੀ ਬਖਸ਼ ਖੁਦਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਅੰਤਿਮ ਸਮਾਂ ਹੈ ਔਰ ਤੇਰੀ ਹਰ ਇੱਕ ਗੱਲ ਪੂਰੀ ਹੋਣ ਵਾਲੀ ਹੈ। ਅਸੀਂ ਜਾਣਦੇ ਹਾਂ ਕਿ ਤੂੰ ਆਪਣੇ ਲੋਕਾਂ ਨੂੰ ਲੈਣ ਵਾਸਤੇ ਆ ਰਿਹਾ ਹੈ। ਇਸ ਦੁਆ ਕਰਦੇ ਖੁਦਾਵੰਦ, ਤੇਰੇ ਲੋਕ ਤੇਰੇ ਲਈ ਤਿਆਰ ਹੋਣ। ਇਸ ਤੋਂ ਪਹਿਲਾਂ ਕਿ ਉਹ ਮਹਾਕਲੇਸ਼ ਦਾ ਸਮਾਂ ਆਵੇ, ਜੈਸਾ ਤੇਰੇ ਕਲਾਮ 'ਚ ਲਿਖਿਆ, ਧਨ ਹੈ ਉਹ ਜਿਹੜਾ ਪਹਿਲੀ ਕਿਆਮਤ ਦੇ ਵਿੱਚ ਸ਼ਾਮਲ ਹੈ, ਕਿਉਂਕਿ ਦੂਸਰੀ ਦਾ ਉਹਦੇ ਉੱਤੇ ਕੋਈ ਅਸਰ ਨਾ ਹੋਵੇਗਾ। ਸੱਚਮੁੱਚ ਖੁਦਾਵੰਦ, ਦੂਸਰੀ ਕਿਆਮਤ ਤੋਂ ਪਹਿਲਾਂ ਪਹਿਲਾਂ ਐ ਪਿਤਾ ਤੇਰੀ ਪਹਿਲੀ ਆਮਦ ਦੇ ਲਈ ਲੋਕ ਤਿਆਰ ਹੋਣ ਖੁਦਾਵੰਦ। ਕਲਾਮ ਦੇ ਗਹਿਰੇ ਭੇਤਾਂ ਨੂੰ ਆਪਣੇ ਲੋਕਾਂ ਤੇ ਪ੍ਰਗਟ ਕਰ।